ਸਾਰਿਆਂ ਨੂੰ ਹੀ ਹੱਥ ਜੋੜ ਕੇ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵੈਸੇ ਤਾਂ ਜਿਵੇਂ ਆਪਾਂ ਨੂੰ ਸਾਰਿਆਂ ਨੂੰ ਪਤਾ ਵੀ ਕੈਨੇਡਾ ਦੀਆਂ ਫਲਾਈਟਸ ਬੰਦ ਨੇ, ਪਰ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਉਹ ਵੱਖ-ਵੱਖ ਰਾਹਾਂ ਦੇ ਥਰੂ ਜਾ ਰਹੇ ਨੇ। ਜਿਵੇਂ ਤੁਸੀਂ ਮੋਸਟ ਕਾਮਨਲੀ ਸੁਣਿਆ ਹੋਣਾ ਵੀ ਬੱਚੇ ਪਹਿਲਾਂ ਮੈਕਸੀਕੋ ਜਾਂਦੇ ਆ, ਫਿਰ ਮੈਕਸੀਕੋ ਥਰੂ ਉਹ ਕੈਨੇਡਾ ਪਹੁੰਚ ਰਹੇ ਆ। ਸੋ ਇਦਾਂ ਦੇ ਮੈਨੂੰ ਕਾਫੀ ਕੁਐਸਚਨਸ ਆਉਂਦੇ ਆ ਕਮੈਂਟ ਸੈਕਸ਼ਨ ਦੇ ਵਿੱਚ, ਪਰਸਨਲ ਮੈਸੇजेस ਵੀ ਆ ਰਹੇ ਨੇ ਇੰਸਟਾਗ੍ਰਾਮ ਦੇ ਉੱਤੇ ਕਿ ਕਿੱਦਾਂ ਅਸੀਂ ਜਾ ਸਕਦੇ ਹਾਂ, ਚਾਹੇ ਫਲਾਈਟਾਂ ਬੰਦ ਨੇ, ਕਿਹੜੀ ਕੰਟਰੀ ਦੇ ਥਰੂ ਜਾ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਆਪਾਂ ਜਾ ਸਕਦੇ ਹਾਂ, ਤੇ ਅੱਜ ਆਪਾਂ ਇੱਕ ਸਟੂਡੈਂਟ ਲੈ ਕੇ ਆਏ ਹਾਂ ਜੀ, ਜਿਹੜੇ ਥੋੜੇ ਜਿਹੇ ਦਿਨ ਪਹਿਲਾਂ ਕੈਨੇਡਾ ਪਹੁੰਚੇ ਨੇ ਥਰੂ ਡਿਫਰੈਂਟ ਕੰਟਰੀ, ਲਾਈਕ ਕਿਸੇ ਵਾਇਆ ਹੋਰ ਕੰਟਰੀ। ਸੋ ਅੱਜ ਆਪਾਂ ਉਹਨਾਂ ਤੋਂ ਸਾਰੇ ਸਵਾਲ ਜਵਾਬ ਪੁੱਛਾਂਗੇ ਤੇ ਉਹ ਆਪਣਾ ਐਕਸਪੀਰੀਅੰਸ ਤੁਹਾਡੇ ਨਾਲ ਸ਼ੇਅਰ ਕਰਨਗੇ, ਤੇ ਉਮੀਦ ਆ ਵੀ ਤੁਹਾਨੂੰ ਕੁਝ ਸਿੱਖਣ ਨੂੰ ਮਿਲੂਗਾ। ਤਾਂ ਇਹ ਵੀਡੀਓ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਨੀ ਹੈ ਤਾਂ ਕਿ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਜਾਂ ਤੁਹਾਡਾ ਕੋਈ ਰਿਸ਼ਤੇਦਾਰ ਆ, ਤੁਹਾਡਾ ਕੋਈ ਫਰੈਂਡ ਆ, ਉਹਨਾਂ ਨੂੰ ਪਤਾ ਲੱਗ ਜਾਏ ਵੀ ਕੀ ਸਿਨੈਰੀਓ ਚੱਲ ਰਿਹਾ, ਤਾਂ ਕਾਫੀ ਕੁਝ ਸਿੱਖਣ ਨੂੰ ਮਿਲੂਗਾ। ਤਾਂ ਸਭ ਤੋਂ ਪਹਿਲਾਂ ਤਾਂ ਜੀ ਆਪਾਂ ਜਿਹੜੇ ਆਪਣੇ ਨਾਲ ਅੱਜ ਜੁੜੇ ਨੇ ਇੰਟਰਨੈਸ਼ਨਲ ਸਟੂਡੈਂਟ, ਉਹਨਾਂ ਤੋਂ ਪੁੱਛਦੇ ਹਾਂ ਵੀ ਉਹ ਕਿਹੜੀ ਕੰਟਰੀ ਦੇ ਥਰੂ ਗਏ ਤੇ ਉਹਨਾਂ ਨੇ ਉਹ ਰਸਤਾ ਕਿਉਂ ਚੁਣਿਆ। ਤੁਸੀਂ ਕੋਈ ਏਜੰਟ ਤੋਂ ਟਿਕਟਾਂ ਵਗੈਰਾ ਬੁੱਕ ਕਰਵਾਈਆਂ ਜਾਂ ਸਾਰਾ ਕੁਝ ਆਪ ਹੀ ਕੀਤਾ? ਤੁਸੀਂ ਇਹ ਮੈਨੂੰ ਇਹ ਦੱਸੋ ਵੀ ਤੁਸੀਂ ਕੋਵਿਡ ਦੀ ਜਿਹੜੀ ਰਿਪੋਰਟ ਆ ਉਹ ਉਰੋਂ ਹੀ ਕਰਾ ਕੇ ਗਏ ਸੀ ਕਿ ਦਿੱਲੀ 에ਅਰਪੋਰਟ ਦੇ ਉੱਤੇ ਜਾ ਕੇ ਕਰਾਈ? ਤੁਹਾਡਾ ਕੀ ਸੋਲੂਸ਼ਨ ਆ ਵੀ ਤੁਸੀਂ ਕਿਵੇਂ ਫਿਗਰ ਆਊਟ ਕੀਤਾ ਵੀ ਕਿਵੇਂ ਜਾਣਾ? ਮੈਨੂੰ ਸਾਰਾ ਸਿਨੈਰੀਓ ਤੇ ਆਪਣੀ ਥੋੜੀ ਇੰਟਰੋਡਕਸ਼ਨ ਫੁੱਲ ਡਿਟੇਲ ਦੇ ਵਿੱਚ ਦੱਸੋ। ਵੀਰੇ ਮੈਂ ਇੰਡੀਆ ਤੋਂ ਚੰਡੀਗੜ੍ਹ ਤੋਂ ਆ, ਤੇ ਮੈਂ ਜਿਹੜਾ ਆਪਣਾ ਕੈਨੇਡਾ ਪਹੁੰਚੀ ਆ ਉਹ ਮੈਂ ਆਪਣੇ ਥਰਡ ਕੰਟਰੀ ਰਾਹੀਂ ਸਰਬੀਆ ਥਰੂ ਪਹੁੰਚੀ ਆ। ਇਹ ਮੈਂ ਇਸ ਕਰਕੇ ਡਿਸਾਈਡ ਕੀਤਾ ਸੀ ਕਿਉਂਕਿ ਮੇਰੇ ਏਜੰਟ ਨੇ ਮੈਨੂੰ ਫੋਨ ਕੀਤਾ ਸੀ 16 ਤਰੀਕ ਨੂੰ, 16 ਜੂਨ ਨੂੰ 1 ਵਜੇ ਦੁਪਹਿਰੇ, ਕਿ ਤੁਹਾਡੀ ਜਿਹੜੀ ਟਿਕਟ ਆ ਹੁਣ ਰੀਸਕੈਡਿਊਲ ਹੋ ਕੇ 7 ਸਤੰਬਰ ਦੀ ਹੋ ਗਈ ਆ। ਤਾਂ ਉਦੋਂ ਤੱਕ ਜਿਹੜਾ ਮੇਰਾ ਮੈਡੀਕਲ ਸੀ ਉਹ ਐਕਸਪਾਇਰ ਹੋ ਜਾਣਾ ਸੀਗਾ, ਤੇ ਜਿਹਦੇ ਕਰਕੇ ਮੈਨੂੰ ਐਵੇਂ ਸੀਗਾ ਕਿ ਮੈਨੂੰ ਇਸ ਤੋਂ ਪਹਿਲਾਂ ਹੁਣ ਮੈਂ ਜਾਣਾ ਆ। ਤਾਂ ਮੈਂ ਹੋਰ ਬਹੁਤ ਸਟੂਡੈਂਟਸ ਦੀਆਂ ਵੀਡੀਓਜ਼ ਦੇਖੀਆਂ ਸੀਗੀਆਂ ਤੇ ਵੀ ਉਹ ਕਿਹੜੇ ਰਸਤਿਆਂ ਦੇ ਵਿੱਚੋਂ ਦੀ ਜਾ ਰਹੇ ਨੇ। ਮੈਕਸੀਕੋ ਵਾਲਾ ਦੇਖਿਆ ਸੀਗਾ, ਓਮਾਨ ਵਾਲਾ ਦੇਖਿਆ ਸੀਗਾ, ਤੇ ਸਰਬੀਆ ਵਾਲਾ ਵੀ ਦੇਖਿਆ, ਤੇ ਇਥੋਪੀਆ ਵਾਲਾ ਵੀ ਦੇਖਿਆ। ਤੇ ਫਿਰ ਸਭ ਤੋਂ ਸਹੀ ਮੈਨੂੰ ਜਿਹੜਾ ਸੀਗਾ ਸਰਬੀਆ ਵਾਲਾ ਲੱਗਿਆ ਸੀਗਾ ਕਿ ਉੱਥੇ ਕੋਈ ਵੀਜ਼ਾ ਵਗੈਰਾ ਦੀ ਕੋਈ ਨੀਡ ਨਹੀਂ ਸੀ, ਇਸ ਕਰਕੇ ਮੈਂ ਸਰਬੀਆ ਜਿਹੜਾ ਸੀਗਾ ਉਹ ਰੂਟ ਸਿਲੈਕਟ ਕੀਤਾ ਸੀ। ਮੈਂ ਕੋਈ ਏਜੰਟ ਨਹੀਂ ਹਾਇਰ ਕੀਤਾ ਸੀਗਾ। ਮੈਂ ਜਿੰਨੀਆਂ ਬੁਕਿੰਗਸ ਵਗੈਰਾ ਹੋਟਲ ਦੀਆਂ ਜਾਂ ਟਿਕਟਸ ਦੀਆਂ ਜਿੰਨੀ ਬੁਕਿੰਗ ਕੀਤੀ ਸੀ ਸਾਰੀ ਆਪ ਕੀਤੀ ਸੀ। ਇੱਕ ਰਾਤ ਪਹਿਲਾਂ ਮੈਂ ਸਿਰਫ 16 ਤਰੀਕ ਨੂੰ 5 ਵਜੇ ਡਿਸਾਈਡ ਕਰ ਲਿਆ ਸੀਗਾ ਕਿ ਵੀ ਮੈਂ 18 ਤਰੀਕ ਨੂੰ ਹਰ ਹਾਲਤ ਦੇ ਵਿੱਚ ਜਿਹੜਾ ਹੈਗਾ ਘਰੋਂ ਚੱਲ ਪੈਣਾ ਆ ਤੇ ਕਿ ਮੈਂ ਟਰੈਵਲ ਕਰਨਾ ਹੀ ਕਰਨਾ ਆ। ਤੇ ਫਿਰ ਜਦੋਂ ਮੈਂ 16 ਤਰੀਕ ਨੂੰ ਸ਼ਾਮ ਨੂੰ 5 ਵਜੇ ਤੋਂ ਲੈ ਕੇ ਰਾਤ ਦੇ 8:30 ਵਜੇ ਤੱਕ ਮੇਰੀਆਂ ਸਾਰੀਆਂ ਜਿਹੜੀਆਂ ਟਿਕਟ ਸੀਗੀਆਂ ਉਹ ਡਨ ਹੋ ਗਈਆਂ ਸੀਗੀਆਂ, ਏਅਰਲਾਈਨ ਵਾਲੀਆਂ ਵੀ ਤੇ ਹੋਟਲਸ ਵਾਲੀਆਂ ਵੀ, ਸਾਰੀਆਂ ਬੁੱਕ ਕਨਫਰਮੇਸ਼ਨ ਆ ਗਈ ਜਦੋਂ ਮੇਰੇ ਕੋਲ ਸਾਰੀ। ਫਿਰ ਜਿੰਨਾ ਥੋੜ੍ਹਾ ਬਹੁਤ ਪੈਕਿੰਗ ਕਰ ਪਾਉਣੀ ਸੀ ਉਨੀ ਕਰਕੇ ਅਸੀਂ 17 ਜੂਨ ਨੂੰ ਸਵੇਰੇ 8 ਵਜੇ ਚੰਡੀਗੜ੍ਹ ਤੋਂ ਦਿੱਲੀ ਲਈ ਨਿਕਲ ਗਏ ਸੀਗੇ। ਤੇ ਜਿਹੜਾ ਮੇਰਾ ਟੈਸਟ ਸੀਗਾ ਉਹ ਵੀ ਮੈਂ ਦਿੱਲੀ ਜਾ ਕੇ ਕਰਾਇਆ। ਉਹ ਇਸ ਕਰਕੇ ਕਰਾਇਆ ਸੀ ਕਿਉਂਕਿ ਚੰਡੀਗੜ੍ਹ ਦੇ ਵਿੱਚ ਮਤਲਬ ਆਪਣੇ ਇੱਧਰ ਕਹਿ ਦਿੰਦੇ ਨੇ ਕਿ ਵੀ 24 ਘੰਟੇ ਦੇ ਵਿੱਚ ਜਿਹੜੀ ਤੁਹਾਡੀ ਰਿਪੋਰਟ ਆ ਉਹ ਤੁਹਾਨੂੰ ਮਿਲੂਗੀ, ਤੇ ਇੰਨਾ ਟਾਈਮ ਮੇਰੇ ਕੋਲ ਹੈ ਨਹੀਂ ਸੀ, ਤੇ ਕਿਉਂਕਿ ਮੈਂ 18 ਨੂੰ ਟਰੈਵਲ ਕਰਨਾ ਸੀ। ਤਾਂ ਫਿਰ ਅਸੀਂ ਫੋਨ ਕਰਕੇ ਇਹ ਕਨਫਰਮ ਕਰ ਲਿਆ ਸੀਗਾ ਕਿ ਦਿੱਲੀ ਏਅਰਪੋਰਟ ਦੇ ਉੱਪਰ ਨਾ ਜਿਹੜਾ ਟੈਸਟ ਆ ਉਹ ਹੁੰਦਾ ਏ, ਤੇ ਉਹਦੀ 6 ਘੰਟੇ ਦੇ ਵਿੱਚ ਜਿਹੜੀ ਰਿਪੋਰਟ ਆ ਉਹ ਆ ਜਾਂਦੀ ਆ। ਤਾਂ ਇਸ ਕਰਕੇ ਅਸੀਂ 17 ਜੂਨ ਨੂੰ ਸਵੇਰੇ 8 ਵਜੇ ਦਿੱਲੀ ਵਾਸਤੇ ਨਿਕਲ ਗਏ, ਤੇ 2-2:30 ਵਜੇ ਅਸੀਂ ਦਿੱਲੀ ਪਹੁੰਚ ਗਏ ਸੀ। ਤੇ ਜਾਂਦੇ ਸਾਰੀ ਅਸੀਂ ਸਭ ਤੋਂ ਪਹਿਲਾਂ ਮੈਂ ਕੋਵਿਡ ਦਾ ਟੈਸਟ ਕਰਵਾ ਲਿਆ, ਤੇ ਉੱਥੇ ਏਅਰਪੋਰਟ ਤੇ ਟਰਮੀਨਲ 3 ਤੇ ਹੀ ਜਿਹੜਾ ਹੈਗਾ ਫਸਟ ਫਲੋਰ ਦੇ ਉੱਪਰ ਟੈਸਟ ਹੋਇਆ ਮੇਰਾ ਕੋਵਿਡ ਦਾ। ਉਹਦੀ ਫੀਸ ਸੀਗੀ 800 ਰੁਪਏ। 3 ਵਜੇ ਐਗਜ਼ੈਕਟ ਸੈਂਪਲ ਦਿੱਤਾ, ਤੇ ਉਹਦੀ ਜਿਹੜੀ ਰਿਪੋਰਟ ਸੀ ਮੈਨੂੰ ਸ਼ਾਮ ਨੂੰ 9 ਵਜੇ ਮਿਲ ਗਈ ਸੀ। ਮੇਰਾ ਨੈਕਸਟ ਕੁਐਸਚਨ ਇਹ ਆ ਹੁਣ ਵੀ ਤੁਸੀਂ ਕਿੱਥੇ ਸਟੇ ਕੀਤੀ, ਤੇ ਤੁਸੀਂ ਜਿਹੜੀਆਂ ਟਿਕਟਸ ਸੀਗੀਆਂ ਉਹ ਕਿੱਥੋਂ ਬੁੱਕ ਕਰਾਈਆਂ? ਕਿਸੇ ਏਜੰਟ ਤੋਂ ਜਾਂ ਆਪਣੇ ਆਪ ਬੁੱਕ ਕੀਤੀਆਂ? ਟੋਟਲ ਕਾਸਟ ਵੀਰੇ ਮੇਰੀ 1,20,000 ਆਈ ਆ, ਜਿਹਦੇ ਵਿੱਚ ਮੇਰੀਆਂ ਦੋਨੋਂ ਟਿਕਟਸ ਇਨਕਲੂਡ ਸੀਗੀਆਂ, ਤੇ ਸਰਬੀਆ ਦੇ ਵਿੱਚ ਜਿਹੜੀਆਂ ਮੈਂ 3 ਰਾਤਾਂ ਰਹੀ ਸੀ ਉਹ ਹੋਟਲ ਦਾ ਖਰਚਾ ਵੀ ਸਾਰਾ ਕੁਝ, ਟੋਟਲ ਖਰਚਾ ਮੇਰਾ ਮਿਲਾ ਕੇ 1,20,000 ਸੀਗਾ। ਸਰਬੀਆ 'ਚ ਮੈਨੂੰ ਜਿੰਨੇ ਵੀ ਸਟੂਡੈਂਟਸ ਮਿਲੇ ਸੀਗੇ ਪੰਜਾਬੀ, ਪਟਿਆਲੇ ਦਾ ਸੀ ਇੱਕ ਮੁੰਡਾ ਤੇ ਇੱਕ ਜੀਨ ਤੋਂ ਸੀਗਾ, ਤਾਂ ਜਿੰਨੇ ਵੀ ਮਿਲੇ ਸੀ ਤਕਰੀਬਨ ਸਭ ਦੀਆਂ ਜਿਹੜੇ ਟਿਕਟਾਂ ਸੀਗੀਆਂ ਉਹ ਬਹੁਤ ਜ਼ਿਆਦਾ ਮਹਿੰਗੀਆਂ ਸੀਗੀਆਂ। ਇੱਕ ਦੀ ਤਾਂ 1,20,000 ਦੀ ਸੀਗੀ, ਤੇ ਇੱਕ ਦਾ ਪੂਰਾ ਪੈਕੇਜ 1,80,000 ਦਾ ਸੀਗਾ। ਤਾਂ ਇਹਨਾਂ ਦਾ ਮਤਲਬ ਉਹਨਾਂ ਨੇ ਏਜੰਟਸ ਦੇ ਥਰੂ ਕਰਾਈ ਸੀਗੀ, ਤੇ ਉਹਨਾਂ ਦਾ ਥੋੜ੍ਹਾ ਖਰਚਾ ਜ਼ਿਆਦਾ ਸੀਗਾ, ਤੇ ਮੈਂ ਉਹੀ ਟਿਕਟ ਆਪ ਕਰਵਾਈ ਸੀਗੀ ਤਾਂ ਉਹ ਸਸਤੀ ਪੈ ਗਈ। ਤੇ ਉਹਨਾਂ ਜਿੰਨੇ ਲੋਕਾਂ ਨੂੰ ਮੈਂ ਮਿਲੀ ਸੀ ਉਹਨਾਂ ਦੇ ਵਿੱਚੋਂ ਸਭ ਤੋਂ ਜਿਹੜਾ ਸਸਤਾ ਪੈਕੇਜ ਪਿਆ ਸੀ ਉਹ ਮੇਰਾ ਹੀ ਪਿਆ ਸੀ, ਬਾਕੀਆਂ ਦਾ ਸਭ ਦਾ ਤਕਰੀਬਨ 1.5 ਲੱਖ ਤੋਂ ਉੱਪਰ ਦਾ ਸੀਗਾ। ਮੇਰੀ ਜਿਹੜੀ ਦਿੱਲੀ ਤੋਂ ਸਰਬੀਆ ਤੱਕ ਦੀ ਟਿਕਟ ਸੀਗੀ ਉਹ 44,000 ਦੀ ਪਈ ਸੀਗੀ, ਜਿਹੜੀ ਕਿ ਬਾਕੀ ਹੋਰ ਸਟੂਡੈਂਟਸ ਨਾਲੋਂ ਬਹੁਤ ਜ਼ਿਆਦਾ ਘੱਟ ਦੀ ਸੀਗੀ। ਤੇ ਉਹ ਵਾਲੀ ਟਿਕਟ ਦੇ ਵਿੱਚ ਕੀ ਸੀਗਾ ਕਿ 2 ਜਿਹੜੇ ਸਟਾਪੇਜ ਸੀਗੇ ਉਹ ਆਉਂਦੇ ਸੀ। ਜ਼ਿਆਦਾਤਰ ਬੱਚੇ ਕੀ ਕਰਦੇ ਨੇ ਕਿ ਲੁਫਤਾਂਜ਼ਾ 에ਅਰਲਾਈਨ ਜਿਹੜੀ ਹੈਗੀ ਆ ਉਹ ਸਿਲੈਕਟ ਕਰਦੇ ਨੇ।
ਉਹ ਥੋੜੀ ਜ਼ਿਆਦਾ ਕਾਸਟਲੀ ਵੀ ਆ ਤੇ ਉਹਦੇ ਵਿੱਚ ਇਹ ਹੈ ਵੀ ਇੱਕ ਸਟਾਪੇਜ ਆ, ਮੈਨੂੰ ਲੱਗਦਾ ਉਹ ਤਾਂ ਹੀ ਥੋੜੀ ਮਹਿੰਗੀ ਆ, ਜ਼ਿਆਦਾ ਬੱਚੇ ਉਧਰੋਂ ਹੀ ਜਾਂਦੇ ਨੇ ਤੇ ਅਸੀਂ ਵੀ ਉਹੀ ਸਿਲੈਕਟ ਕਰ ਲੈਣੀ ਸੀਗੀ। ਬਟ ਪਤਾ ਨਹੀਂ ਕਿਵੇਂ ਕਿ ਉਹਦੀ ਕੋਈ ਪ੍ਰੋਬਲਮ ਸੀਗੀ ਕਿ ਉਹਦੇ ਵਿੱਚ ਨਾ ਬੁਕਿੰਗ ਨਹੀਂ ਸੀ ਹੋ ਰਹੀ, ਤਾਂ ਫਿਰ ਮੈਂ ਨਾ ਕਤਰ 에ਅਰਵੇਜ਼ ਹੈਗੀ ਜਿਹੜੀ ਸਿਲੈਕਟ ਕਰ ਲਈ। ਉਹਦੇ ਵਿੱਚ ਵੀ ਸੇਮ ਸੀਗਾ ਕਿ ਆਪਾਂ ਜਾ ਸਕਦੇ ਸੀ ਸਰਬੀਆ ਬੈਲਗ੍ਰੇਡ, ਤੇ ਉਹਦੇ ਵਿੱਚ ਸਿਰਫ ਫਰਕ ਇੰਨਾ ਸੀਗਾ ਵੀ ਜਿਹੜੇ ਸਟਾਪੇਜ ਸੀਗਾ ਉਹ 2 ਸੀਗੇ। ਮਤਲਬ ਜਿਵੇਂ ਬਾਕੀ ਬੱਚੇ ਜਾਂਦੇ ਸੀਗੇ ਉਹ ਜਾਂਦੇ ਸੀਗੇ ਦਿੱਲੀ ਤੋਂ ਦੋਹਾ, ਦੋਹਾ ਤੋਂ ਡਾਇਰੈਕਟ ਬੈਲਗ੍ਰੇਡ ਮਤਲਬ ਸਰਬੀਆ ਪਹੁੰਚ ਜਾਂਦੇ ਸੀ। ਪਰ ਇਹ ਕਤਰ 에ਅਰਵੇਜ਼ ਦੇ ਵਿੱਚ ਕੀ ਸੀਗਾ ਕਿ ਮੈਨੂੰ ਦਿੱਲੀ ਤੋਂ ਪਹਿਲਾਂ ਦੋਹਾ, ਦੋਹਾ ਤੋਂ ਗ੍ਰੀਸ, ਗ੍ਰੀਸ ਫਿਰ 7 ਘੰਟੇ ਦਾ ਲੇਓਵਰ ਕਰਨ ਤੋਂ ਬਾਅਦ ਫਿਰ ਮੈਂ ਬੈਲਗ੍ਰੇਡ ਪਹੁੰਚੀ ਸੀ ਸਰਬੀਆ। ਬਸ ਆਹ ਫਰਕ ਸੀ, ਪਰ ਜਿਹਦੇ ਕਰਕੇ ਟਿਕਟ ਦੇ ਵਿੱਚ ਬਹੁਤ ਜ਼ਿਆਦਾ ਫਰਕ ਸੀਗਾ। ਉਹ ਟਿਕਟ ਬਹੁਤ ਜ਼ਿਆਦਾ ਮਹਿੰਗੀ ਸੀਗੀ ਤੇ ਜਿਹੜੀ ਮੇਰੀ ਟਿਕਟ ਸੀ ਉਹ ਸਿਰਫ 44,000 ਦੀ ਸੀ, ਤਾਂ ਕਾਫੀ ਘੱਟ ਸੀਗੀ। ਆਹ ਵਾਲੀ ਟਿਕਟ ਤਾਂ ਸੀਗੀ ਮੈਂ ਇਹਨਾਂ ਲਈ ਕਤਰ 에ਅਰਵੇਜ਼ ਦੀ ਜਿਹੜੀ ਆਪਣੀ ਵੈਬਸਾਈਟ ਆ ਉਹ ਤੋਂ ਹੀ ਸਿਲੈਕਟ ਕੀਤੀ ਸੀਗੀ। ਤੇ ਰਹੀ ਗੱਲ ਜਿਹੜੀ ਅੱਗੋਂ ਟੋਰਾਂਟੋ ਵਾਲੀ ਸੀਗੀ, ਟੋਰਾਂਟੋ ਵਾਲੀ ਜਿਹੜੀ 에ਅਰਲਾਈਨ ਸੀਗੀ ਉਹ ਮੈਂ ਟਰਕਿਸ਼ 에ਅਰਵੇਜ਼ ਜਿਹੜੀ ਹੈਗੀ ਆ ਉਹ ਸਿਲੈਕਟ ਕੀਤੀ, ਕਿਉਂਕਿ ਸਾਰੇ ਬੱਚੇ ਉਸੇ ਰੂਟ ਦੇ ਥਰੂ ਜਾ ਰਹੇ ਸੀਗੇ। ਉਹ ਵਾਲੀ ਜਿਹੜੀ ਟਿਕਟ ਸੀਗੀ ਜੇ ਤਾਂ ਮੈਂ ਟਰਕਿਸ਼ 에ਅਰਵੇਜ਼ ਦੀ ਉਹਨਾਂ ਦੀ ਆਪਣੀ ਵੈਬਸਾਈਟ ਤੋਂ ਕਰਦੀ ਸੀ ਸਿਲੈਕਟ ਤਾਂ ਉਹ 60,000 ਦੀ ਸੀ। ਪਰ ਜਦੋਂ ਮੈਂ ਸੇਮ ਫਲਿੱਪਕਾਰਟ 'ਤੇ ਚੈੱਕ ਕੀਤੀ ਤਾਂ ਉੱਥੇ ਕੂਪਨ ਵਗੈਰਾ ਲਗਾ ਕੇ ਮੈਨੂੰ 53,000 ਦੀ ਮਿਲ ਗਈ। ਤਾਂ ਮੈਂ ਉਹ ਟਿਕਟ ਜਿਹੜੀ ਸੀਗੀ ਫਲਿੱਪਕਾਰਟ ਤੋਂ ਬੁੱਕ ਕੀਤੀ ਸੀ 53,000 ਦੇ ਵਿੱਚ। ਟੋਰਾਂਟੋ ਵਾਲੀ ਜਿਹੜੀ 에ਅਰਲਾਈਨ ਸੀਗੀ ਉਹਦੇ ਵਿੱਚ ਮੇਰਾ ਇੱਕੋ ਹੀ ਸਟਾਪੇਜ ਸੀਗਾ, ਸਰਬੀਆ ਤੋਂ ਚੱਲਣਾ ਸੀਗਾ ਇਸਤਾਨਬੁਲ, ਇਸਤਾਨਬੁਲ 3 ਘੰਟੇ ਦਾ ਲੇਓਵਰ ਕਰਨ ਤੋਂ ਬਾਅਦ ਡਾਇਰੈਕਟ ਸੀਗੀ ਟੋਰਾਂਟੋ ਦੀ। ਕਈ ਜਿਹੜੇ ਨਵੇਂ ਇੰਟਰਨੈਸ਼ਨਲ ਸਟੂਡੈਂਟਸ ਜਾਂਦੇ ਨੇ ਤਾਂ ਉਹਨਾਂ ਦੇ ਮਨ ਦੇ ਵਿੱਚ ਡਰ ਹੁੰਦਾ ਵੀ ਇਮੀਗ੍ਰੇਸ਼ਨ ਤੇ ਕੀ ਪੁੱਛਦੇ ਆ, ਕੀ ਹਿਸਾਬ ਕਿਤਾਬ ਆ। ਤਾਂ ਮੈਨੂੰ ਇਹ ਦੱਸੋ ਵੀ ਤੁਹਾਨੂੰ ਇਮੀਗ੍ਰੇਸ਼ਨ ਦੇ ਉੱਤੇ ਕੀ ਕੁਐਸਚਨ ਪੁੱਛੇ ਗਏ ਇਮੀਗ੍ਰੇਸ਼ਨ ਆਫੀਸਰ ਵੱਲੋਂ, ਉਹਦੇ ਉੱਤੇ ਚਾਨਣਾ ਪਾਓ। ਇਮੀਗ੍ਰੇਸ਼ਨ 'ਚ ਕੁਐਸਚਨਸ ਵੀਰੇ ਇੱਦਾਂ ਸੀਗੇ ਕਿ ਅਗਰ ਮੈਂ ਦਿੱਲੀ ਤੋਂ ਗੱਲ ਕਰਾਂ, ਜਿੱਦਾਂ ਹੀ ਮੈਂ ਦਿੱਲੀ ਤੋਂ ਚੱਲੀ ਹੈ ਨਾ, ਜਿੱਦਾਂ ਹੀ ਉਹ ਵਾਲੇ ਆਫੀਸਰਸ ਦੇ ਕੋਲ ਗਈ ਸਭ ਤੋਂ ਪਹਿਲਾਂ, ਤਾਂ ਉਹਨਾਂ ਨੇ ਮੈਨੂੰ ਨਾ ਦੋ ਤਿੰਨ ਚੀਜ਼ਾਂ ਪੁੱਛੀਆਂ। ਸਭ ਤੋਂ ਪਹਿਲਾਂ ਉਹਨਾਂ ਨੇ ਮੈਨੂੰ ਕਿਹਾ ਪਾਸਪੋਰਟ ਦਿਖਾ ਦਿਓ, ਵੀ ਜੇ ਤੁਸੀਂ ਕੈਨੇਡਾ ਜਾਣਾ ਫਾਈਨਲ ਡੈਸਟੀਨੇਸ਼ਨ ਹੋਊਗਾ ਤਾਂ ਆਪਣਾ ਵੀਜ਼ਾ ਦਿਖਾ ਦਿਓ। ਤੇ ਫਿਰ ਉਹਨਾਂ ਨੇ ਕਿਹਾ ਕਿ ਕਿਹੜੇ ਰੂਟ ਥਰੂ ਜਾ ਰਹੇ ਹੋ, ਫਿਰ ਮੈਂ ਕਿਹਾ ਸਰਬੀਆ। ਤਾਂ ਉਹਨਾਂ ਨੇ ਕਿਹਾ ਕਿ ਠੀਕ ਹੈ ਆਪਣਾ ਕੋਵਿਡ ਟੈਸਟ ਦਿਖਾ ਦਿਓ ਅਤੇ ਆਪਣੀ ਟਰੈਵਲ ਇੰਸ਼ੋਰੈਂਸ ਦਿਖਾ ਦਿਓ ਅਤੇ ਟਿਕਟ ਤੇ ਹੁਣ ਕੋਵਿਡ ਟੈਸਟ ਤਾਂ ਸੀਗਾ, ਬਟ ਮੈਨੂੰ ਟਰੈਵਲ ਇੰਸ਼ੋਰੈਂਸ ਦਾ ਨਹੀਂ ਪਤਾ ਸੀ ਕਿਉਂਕਿ ਕਿਸੇ ਨੇ ਨਹੀਂ ਦੱਸੀ ਸੀ ਵੀਡੀਓਜ਼ ਦੇ ਵਿੱਚ, ਤਾਂ ਮੈਨੂੰ ਪਤਾ ਨਹੀਂ ਸੀ, ਤਾਂ ਨਾ ਹੀ ਮੈਂ ਕਰਵਾਈ ਸੀ। ਤਾਂ ਉਹ ਮੈਨੂੰ ਕਹਿੰਦੇ ਕਿ ਤੁਸੀਂ ਉਸ ਤੋਂ ਬਿਨਾਂ, ਜੇ ਤੁਸੀਂ ਬੈਲਗ੍ਰੇਡ ਜਾਣਾ ਤਾਂ ਤੁਸੀਂ ਉਹ ਤੋਂ ਬਿਨਾਂ ਟਰੈਵਲ ਨਹੀਂ ਕਰ ਸਕਦੇ ਟਰੈਵਲ ਇੰਸ਼ੋਰੈਂਸ ਤੋਂ ਬਿਨਾਂ। ਤਾਂ ਫਿਰ ਮੈਂ ਇੱਕਦਮ ਡਰ ਗਈ ਕਿ ਘਬਰਾ ਗਈ ਕਿ ਕੀ ਕਰਨਾ ਹੈ ਹੁਣ। ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਕੀ ਮੈਂ ਹੁਣ ਬਾਏ ਕਰ ਸਕਦੀ ਹਾਂ ਜਾਂ ਹੁਣ ਕੁਝ ਹੋ ਸਕਦਾ। ਉਹਨਾਂ ਨੇ ਕਹਿਤਾ ਵੀ ਹਾਂਜੀ ਤੁਸੀਂ ਔਨਲਾਈਨ ਜਿਹੜੀ ਹੈਗੀ ਆ ਬਾਏ ਕਰ ਲਓ। ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਮੈਂ ਕਿੱਥੋਂ ਕਰਾਂ ਹੈ ਨਾ, ਕਿ ਕੋਈ ਵੈਬਸਾਈਟ ਜਾਂ ਕੋਈ ਪਲੈਟਫਾਰਮ ਦੱਸੋ ਜਿੱਥੋਂ ਲਵਾਂ ਹੈ ਨਾ, ਖਰੀਦਾਂ। ਉਹ ਕੋਈ ਕਹਿ ਦਿਆ ਕਰੇ ਟਾਟਾ ਤੋਂ ਖਰੀਦ ਲਓ, ਕੋਈ ਕੁਝ ਕਹਿ ਦਿਆ ਕਰੇ। ਫਿਰ ਐਂਡ 'ਤੇ ਹੈ ਨਾ ਵੀ ਕਿਸੇ ਨੇ ਮੈਨੂੰ ਕਿਹਾ ਵੀ ਤੁਸੀਂ ਪਾਲਿਸੀ ਬਾਜ਼ਾਰ ਤੋਂ ਜਿਹੜੀ ਹੈਗੀ ਆ ਖਰੀਦ ਲਓ ਇਹਦੀ ਟਰੈਵਲ ਇੰਸ਼ੋਰੈਂਸ। ਤਾਂ ਜਿਹੜੇ ਮੇਰੇ ਹਸਬੈਂਡ ਸੀਗੇ ਉਹ ਏਅਰਪੋਰਟ ਦੇ ਬਾਹਰ ਹੀ ਖੜ੍ਹੇ ਸੀ ਅਤੇ ਮੈਂ ਅੰਦਰ ਸੀ। ਮੈਂ ਉਹਨਾਂ ਨੂੰ ਅੰਦਰੋਂ ਹੈ ਨਾ ਫੋਨ ਕੀਤਾ ਕਿ ਤੁਸੀਂ ਮੇਰੇ ਵਾਸਤੇ ਟਰੈਵਲ ਇੰਸ਼ੋਰੈਂਸ ਜਿਹੜੀ ਹੈਗੀ ਆ ਬੁੱਕ ਕਰ ਦਿਓ। ਅਤੇ ਆਫਿਸਰ ਨੇ ਇਹ ਵੀ ਗੱਲ ਕਹੀ ਸੀਗੀ ਵੀ ਉਹਦੀ ਜਿਹੜੀ ਅਮਾਊਂਟ ਆ ਉਹ ਇੰਡੀਆ ਦੀ 25 ਲੱਖ ਦੀ ਜਿਹੜੀ ਉਹਦੀ ਵੈਲਿਊ ਆ ਹੋਣੀ ਚਾਹੀਦੀ ਆ। ਤਾਂ ਫਿਰ ਉਹਨਾਂ ਨੇ ਜਲਦੀ ਬਾਹਰ ਖੜ੍ਹੇ ਹੋਈ ਆਪਣੇ ਫ਼ੋਨ ਤੋਂ ਪਾਲਿਸੀ ਬਾਜ਼ਾਰ ਤੋਂ ਜਿਹੜੀ ਮੇਰੇ ਟਰੈਵਲ ਇੰਸ਼ੋਰੈਂਸ ਸੀ ਬੈਲਗ੍ਰੇਡ ਤੱਕ ਦੀ ਉਹ ਖਰੀਦ ਕੇ ਦੇਤੀ, ਜਿਹੜੀ ਕਿ 635 ਰੁਪਏ ਦੀ ਸੀਗੀ ਸਿਰਫ। ਅਤੇ ਜਿੱਦਾਂ ਹੀ ਉਹਨਾਂ ਨੇ ਉਹ ਮਤਲਬ ਮੇਰੇ ਇੰਸ਼ੋਰੈਂਸ ਹੋਈ, ਸਾਰਾ ਕੁਝ ਡਨ ਹੋਇਆ, ਉਹਦੀ ਇੱਕ PDF ਫਾਈਲ ਮਿਲੀ, ਉਹਨਾਂ ਨੇ ਮੈਨੂੰ WhatsApp ਕੀਤੀ। ਤਾਂ ਮੈਂ ਆਪਣੇ ਫ਼ੋਨ ਤੋਂ ਹੀ ਆਫਿਸਰ ਨੂੰ ਦਿਖਾਤੀ, ਤਾਂ ਉਹਨਾਂ ਨੇ ਮੈਨੂੰ ਕਹਿਤਾ ਵੀ ਹਾਂਜੀ ਠੀਕ ਹੈ ਓਕੇ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਗ੍ਰੀਸ ਦਾ ਵੀਜ਼ਾ। ਫਿਰ ਮੈਂ ਘਰੋਂ ਸਾਰੀ R&D ਕਰਕੇ ਗਈ ਸੀਗੀ, ਅਤੇ ਪਰ ਗ੍ਰੀਸ ਦਾ ਵੀਜ਼ਾ ਮੈਨੂੰ ਪਤਾ ਸੀ ਵੀ ਨਹੀਂ ਚਾਹੀਦਾ ਹੈਗਾ। ਇਹ ਮੇਨ ਗੱਲ ਸੀਗੀ ਵੀ ਜਿਹੜੇ ਵੀ ਤੁਸੀਂ ਏਅਰਪੋਰਟ 'ਤੇ ਰੁਕਦੇ ਹੋ, ਜਿੱਥੇ ਵੀ ਤੁਹਾਡਾ ਲੇਓਵਰ ਆ, ਜੇ ਉਹ 12 ਘੰਟੇ ਤੋਂ ਜ਼ਿਆਦਾ ਹੈ ਤਾਂ ਤੁਹਾਨੂੰ ਕਿਸੇ ਵੀ ਵੀਜ਼ਾ ਦੀ ਨੀਡ ਪੈਂਦੀ ਆ, ਜਾਂ ਟ੍ਰਾਂਜ਼ਿਟ ਵੀਜ਼ਾ ਜਾਂ ਕਿਸੇ ਵੀ ਤਰੀਕੇ ਦਾ। ਪਰ ਮੇਰਾ ਕਿਤੇ ਵੀ ਜਿਹੜਾ ਲੇਓਵਰ ਸੀ ਉਹ ਨਾ 12 ਘੰਟੇ ਤੋਂ ਜ਼ਿਆਦਾ ਦਾ ਨਹੀਂ ਸੀ, ਮੈਕਸ ਸਿਰਫ 6 ਘੰਟੇ ਦਾ ਸੀਗਾ। ਤਾਂ ਗ੍ਰੀਸ ਵੀ ਮੇਰਾ ਉਨੇ ਦਾ ਹੀ ਸੀਗਾ। ਫਿਰ ਮੈਂ ਉਹਨਾਂ ਨੂੰ ਕਿਹਾ ਕਿ ਮੈਨੂੰ ਉੱਥੇ ਵੀਜ਼ਾ ਦੀ ਨੀਡ ਨਹੀਂ ਹੈ ਕਿਉਂਕਿ ਮੇਰਾ ਜਿਹੜਾ ਲੇਓਵਰ ਆ ਸਿਰਫ 6 ਘੰਟੇ ਦਾ ਹੈ। ਫਿਰ ਉਹਨਾਂ ਨੂੰ ਮਤਲਬ ਮੈਂ ਥੋੜ੍ਹਾ ਕੌਨਫੀਡੈਂਸ ਦੇ ਨਾਲ ਆਨਸਰ ਦਿੱਤਾ। ਫਿਰ ਉਹ ਕਹਿੰਦੇ ਓਕੇ। ਮੈਨੂੰ ਉਸ ਤੋਂ ਬਿਨਾਂ ਬਾਕੀ ਸਾਰਾ ਕੁਝ ਸਹੀ ਗਿਆ। ਪਰ ਉੱਥੇ ਜਿਹੜਾ ਇਸ ਏਅਰਲਾਈਨ ਦੇ ਥਰੂ ਬੈਗ ਸੀਗਾ ਉਹ ਸਿਰਫ ਔਰ ਸਿਰਫ 25 ਕਿਲੋ ਦਾ ਬੈਗ ਹੀ ਅਲਾਊਡ ਸੀਗਾ ਇੱਕ, ਅਤੇ ਦੂਸਰਾ 7 ਕਿਲੋ ਵਾਲਾ ਕੈਬਿਨ ਬੈਗ, ਅਤੇ ਇੱਕ ਮੇਰਾ ਬੈਕਪੈਕ ਸੀ। ਅਤੇ ਮਤਲਬ ਜਿਵੇਂ ਮੈਂ ਦੂਸਰਾ ਬੈਗ ਨਹੀਂ ਲੈ ਕੇ ਜਾ ਪਾਈ, ਨਾਲ ਲੈ ਕੇ ਜ਼ਰੂਰ ਗਈ ਸੀ ਬਈ ਜੇ ਮੈਨੂੰ ਲੋੜ ਪੈ ਗਈ ਕਿ ਮਤਲਬ ਜੇ ਮੈਂ ਐਕਸਟਰਾ ਬਾਏ ਕਰ ਲੂੰਗੀ। ਪਰ ਉਹ ਬਹੁਤ ਜ਼ਿਆਦਾ ਮਹਿੰਗਾ ਸੀ। ਮੇਰੇ ਕੋਲ 18 ਕਿਲੋ ਐਕਸਟਰਾ ਸਮਾਨ ਸੀ 25 ਕਿਲੋ ਦੇ ਬੈਗ ਤੋਂ ਬਿਨਾਂ।
18 ਕਿਲੋ ਦਾ ਬੈਗ ਸੀ। ਉਹਨਾਂ ਨੇ ਮੈਨੂੰ ਕਿਹਾ ਕਿ ਟੋਟਲ 53,000 ਬਣਦੇ ਨੇ, ਮਤਲਬ $40 ਪਰ ਕੇਜੀ ਬਣ ਰਿਹਾ ਸੀ। ਫਿਰ ਬਹੁਤ ਜ਼ਿਆਦਾ ਸੀ, ਫਿਰ ਮੈਂ ਉਹ ਕੈਂਸਲ ਕਰਤਾ। ਉਹ ਬੈਗ ਮੈਂ ਬਾਹਰ ਹੀ ਫੜਾਤਾ ਸੀ ਦਿੱਲੀ। ਉਸ ਤੋਂ ਬਾਅਦ ਉਹਨਾਂ ਨੇ ਸਾਰਾ ਕੁਝ ਡਨ ਕਰਨ ਤੋਂ ਬਾਅਦ ਮੈਨੂੰ ਉੱਥੋਂ ਹੀ ਤਿੰਨੇ ਜਿਹੜੇ ਬੋਰਡਿੰਗ ਪਾਸ ਸੀਗੇ ਉਹ ਦੇਤੇ। ਦਿੱਲੀ ਤੋਂ ਦੋਹਾ ਵਾਲਾ, ਦੋਹਾ ਤੋਂ ਬਾਅਦ ਜਿਹੜਾ ਗ੍ਰੀਸ ਵਾਲਾ ਸੀ, ਗ੍ਰੀਸ ਤੋਂ ਬਾਅਦ ਜਿਹੜਾ ਸਰਬੀਆ ਵਾਲਾ ਸੀ, ਤਿੰਨੋਂ ਜਿਹੜੇ ਬੋਰਡਿੰਗ ਪਾਸ ਸੀ ਮੈਨੂੰ ਉੱਥੋਂ ਹੀ ਮਿਲ ਗਏ। ਉਸ ਤੋਂ ਬਾਅਦ ਅੱਗੇ ਜਿੱਥੇ ਗਈ, ਅੱਗੇ ਮੇਨ ਆਫਿਸਰ ਬੈਠਾ ਜਿੱਥੇ ਇਮੀਗ੍ਰੇਸ਼ਨ ਵਾਲੇ ਕੁਐਸਚਨਸ ਪੁੱਛ ਰਹੇ ਸੀ। ਉਹਨਾਂ ਨੇ ਮੈਨੂੰ ਕੁਝ ਖਾਸ ਨਹੀਂ ਪੁੱਛਿਆ, ਬਸ ਇੰਨਾ ਪੁੱਛਿਆ ਕਿ ਤੁਸੀਂ ਕੈਨੇਡਾ ਪਹਿਲੀ ਵਾਰੀ ਚੱਲੇ ਹੋ, ਜਾਂ ਉਹਨਾਂ ਨੇ ਮੈਨੂੰ ਇੱਕਦਮ ਹੀ ਇੱਦਾਂ ਪੁੱਛਿਆ ਕਿ ਤੁਸੀਂ ਪਹਿਲੀ ਵਾਰੀ ਟਰੈਵਲ ਕਰ ਰਹੇ ਹੋ। ਮੈਂ ਕਿਹਾ ਹਾਂਜੀ, ਬਟ ਉਹਨੇ ਕਿਹਾ ਕਿ ਆਰ ਯੂ ਸ਼ੋਰ। ਫਿਰ ਮੈਂ ਕਿਹਾ ਕਿ ਨਹੀਂ, ਮੈਂ ਕੈਨੇਡਾ ਪਹਿਲੀ ਵਾਰੀ ਟਰੈਵਲ ਕਰ ਰਹੀ ਹਾਂ, ਪਰ ਇਸ ਤੋਂ ਬਿਨਾਂ ਹੋਰ ਕੰਟਰੀਜ਼ 'ਚ ਪਹਿਲਾਂ ਮੈਂ ਕੀਤਾ ਹੋਇਆ। ਤਾਂ ਉਹਨਾਂ ਨੇ ਫਿਰ ਮੈਨੂੰ ਉਹਦੇ ਰਿਲੇਟਡ ਕੁਐਸਚਨ ਪੁੱਛੇ ਵੀ ਕਿੱਥੇ ਕਿੱਥੇ ਗਏ ਹੋ, ਕਿਹੜੀ ਕਿਹੜੀ ਕੰਟਰੀਜ਼ ਦੇ ਵਿੱਚ। ਫਿਰ ਮੈਂ ਉਹ ਸਾਰੀਆਂ ਦੱਸੀਆਂ ਜਿਹੜੀ ਮੈਂ ਕੰਟਰੀਜ਼ 'ਚ ਗਈ ਸੀ, 4-5 ਕੰਟਰੀਜ਼ ਦੇ ਵਿੱਚ, ਸਿੰਗਾਪੁਰ, ਮਲੇਸ਼ੀਆ ਵਗੈਰਾ, ਦੁਬਈ ਵਗੈਰਾ। ਅਤੇ ਉਸ ਤੋਂ ਬਿਨਾਂ ਫਿਰ ਉਹਨਾਂ ਨੇ ਪੁੱਛਿਆ ਕਿ ਕਦੋਂ ਗਏ ਸੀਗੇ ਔਰ ਕਿੱਥੋਂ ਗਏ ਸੀ। ਫਿਰ ਮੈਂ ਉਹ ਦੱਸਿਆ ਕਿ ਮੈਂ ਅੰਮ੍ਰਿਤਸਰ ਏਅਰਪੋਰਟ ਤੋਂ ਗਈ ਸੀ, ਇੰਨੇ ਮਤਲਬ ਇੱਥੋਂ ਆਹ ਫਲਾਈਟ ਲਈ, ਸਾਰਾ ਕੁਝ ਉਹ ਦੱਸਿਆ। ਫਿਰ ਉਹਨਾਂ ਨੇ ਮੇਰੇ ਤੋਂ ਟਾਈਮ ਮਤਲਬ ਡੇਟ ਪੁੱਛੀ ਸੀ ਕਿ ਕਦੋਂ ਗਏ ਸੀ, ਕਿਹੜੇ ਈਅਰ 'ਚ। ਤਾਂ ਮੈਨੂੰ ਮੰਥ ਤਾਂ ਯਾਦ ਸੀਗਾ ਕਿ ਮਾਰਚ ਵਿੱਚ ਗਏ ਸੀ। ਮੈਂ ਈਅਰ ਭੁੱਲ ਗਈ ਸੀ, ਮੈਂ ਗਲਤੀ ਨਾਲ 2018 ਗਿਆ ਤਾ, ਪਰ 2019 'ਚ ਗਿਆ ਸੀ। ਬਟ ਉਹਨੇ ਮੈਨੂੰ ਕਿਹਾ ਕਿ ਨਹੀਂ, ਤੁਸੀਂ 2019 'ਚ ਗਏ ਸੀ। ਫਿਰ ਮੈਂ ਕਿਹਾ ਵੀ ਸੌਰੀ, ਮਤਲਬ ਮੈਨੂੰ ਯਾਦ ਨਹੀਂ ਰਿਹਾ ਕਿ ਉਸ ਟਾਈਮ ਉਹ ਮੈਰਿਜ ਟਾਈਮ ਸੀਗਾ, ਤਾਂ ਮੈਨੂੰ ਯਾਦ ਨਹੀਂ ਹੈ। ਅਤੇ ਉਸ ਤੋਂ ਬਾਅਦ ਬਸ ਇੰਨਾ ਕੀ ਕੁਐਸਚਨ ਪੁੱਛੇ। ਉਸ ਤੋਂ ਬਿਨਾਂ ਕਿਉਂ ਜਾ ਰਹੇ ਹੋ, ਕਿਹੜਾ ਕੋਰਸ ਆ, ਮਤਲਬ ਇਹਦੇ ਰਿਲੇਟਡ ਮੇਰੇ ਤੋਂ ਇੱਕ ਵੀ ਕੁਐਸਚਨ ਨਹੀਂ ਪੁੱਛਿਆ। ਉਹਨਾਂ ਨੇ ਸਿਰਫ ਆਹੀ ਕੁਐਸਚਨ ਪੁੱਛੇ ਸੀ। ਉਸ ਤੋਂ ਬਿਨਾਂ ਇੱਕ ਇਹ ਵੀ ਪੁੱਛੇ ਸੀ ਵੀ ਤੁਹਾਡੇ ਕੋਲ ਹੋਰ ਕਿੰਨੇ ਪਾਸਪੋਰਟ ਨੇ। ਤਾਂ ਮੇਰੇ ਕੋਲ 3 ਪਾਸਪੋਰਟ ਸੀਗੇ, ਪਰ ਮੈਂ ਲੈ ਕੇ ਹੁਣ ਇੱਕੋ ਹੀ ਆਈ ਹਾਂ, ਕਿਉਂਕਿ ਪਹਿਲੇ 2 'ਤੇ ਕੋਈ ਸਟੈਂਪ ਹੈ ਨਹੀਂ ਸੀ। ਫਿਰ ਮੈਂ ਉਹ ਦੱਸਤਾ ਸੀ ਵੀ ਪਹਿਲਾ ਐਕਸਪਾਇਰ ਹੋ ਗਿਆ ਸੀ, ਅਤੇ ਦੂਜਾ ਜਦੋਂ ਬਣਵਾਇਆ ਸੀਗਾ ਐਕਸਪਾਇਰ ਹੋਣ ਵਾਲੇ ਤੋਂ ਬਾਅਦ, ਫਿਰ ਉਸ ਤੋਂ ਬਾਅਦ ਨਾਲ ਦੀ ਨਾਲ 2-3 ਮਹੀਨੇ ਬਾਅਦ ਵਿਆਹ ਹੋ ਗਿਆ ਸੀ। ਤਾਂ ਜਿਹਦੇ ਕਰਕੇ ਫਿਰ ਮੈਨੂੰ ਅਪਡੇਟਡ ਜਿਹੜਾ ਪਾਸਪੋਰਟ ਸੀ ਉਹ ਬਣਾਉਣਾ ਪਿਆ। ਅਤੇ ਪਰ ਜਿੰਨੀਆਂ ਵੀ ਸਟੈਂਪਸ ਸੀਗੀਆਂ ਉਹ ਮੇਰੇ ਲੇਟੈਸਟ ਵਾਲੇ 'ਤੇ ਸੀਗੀਆਂ, ਤਾਂ ਮੈਂ ਦੂਜੇ 2 ਜਿਹੜੇ ਸੀ ਉਹ ਕੈਰੀ ਨਹੀਂ ਕੀਤੇ। ਬਸ ਇੰਨਾ ਹੀ ਪੁੱਛ ਕੇ ਉਹਨਾਂ ਨੇ ਮੈਨੂੰ ਕਿਹਾ ਵੀ ਤੁਸੀਂ ਜਾ ਸਕਦੇ ਹੋ। ਉਸ ਤੋਂ ਬਾਅਦ ਕਿਸੇ ਵੀ ਏਅਰਪੋਰਟ 'ਤੇ ਮੈਨੂੰ ਕੋਈ ਕੁਐਸਚਨ ਜਾਂ ਕੋਈ ਮੇਰਾ ਕੋਵਿਡ ਟੈਸਟ ਦਾ ਕੁਝ ਨਹੀਂ ਪੁੱਛਿਆ। ਸਿਰਫ ਔਰ ਸਿਰਫ ਬੋਰਡਿੰਗ ਪਾਸ ਦੇਖੇ। ਸਿਰਫ ਬੋਰਡਿੰਗ ਪਾਸ ਦੇਖ ਕੇ ਮੈਨੂੰ ਦੱਸੀ ਗਏ ਵੀ ਆਹ ਵਾਲੇ ਗੇਟ ਨੰਬਰ 'ਤੇ ਚਲ ਜਾਓ, A 'ਤੇ ਚਲੇ ਜਾਓ, 11 'ਤੇ ਚਲ ਜਾਓ, 5D 'ਤੇ ਚਲੇ ਜਾਓ। ਮਤਲਬ ਹਰ ਜਗ੍ਹਾ ਮੈਨੂੰ ਦੱਸਦੇ ਗਏ ਵੀ ਇਹ 'ਤੇ ਚਲੇ ਜਾਓ, ਸਿਰਫ ਬੋਰਡਿੰਗ ਪਾਸ ਤੋਂ ਬਿਨਾਂ। ਉਸ ਤੋਂ ਬਿਨਾਂ ਮੇਰੇ ਤੋਂ ਕੋਈ ਕੁਐਸਚਨ ਨਹੀਂ ਪੁੱਛਿਆ ਤੁਸੀਂ ਕਿੱਥੇ ਜਾਣਾ, ਕੋਈ ਡਾਕੂਮੈਂਟ ਨਹੀਂ ਮੰਗਿਆ। ਅਤੇ ਮੈਂ 18 ਤਰੀਕ ਨੂੰ ਉੱਥੇ ਸਰਬੀਆ ਦੇ ਵਿੱਚ ਪਹੁੰਚ ਗਈ ਸੀ, ਸ਼ਾਮ ਨੂੰ 7:30 ਵਜੇ। ਓਕੇ, ਤੁਸੀਂ ਹੁਣ ਸਰਬੀਆ ਪਹੁੰਚ ਗਏ। ਤਾਂ ਸਰਬੀਆ ਜਦੋਂ ਪਹੁੰਚੇ ਤਾਂ ਸਰਬੀਆ ਦੀ ਇਮੀਗ੍ਰੇਸ਼ਨ ਜਿਹੜੀ ਸੀਗੀ ਉਹਨਾਂ ਨੇ ਤੁਹਾਤੋਂ ਕੀ ਸਵਾਲ ਪੁੱਛੇ? ਤੁਸੀਂ ਉੱਥੇ ਹੋਟਲ ਦੇ ਵਿੱਚ ਸਟੇ ਕੀਤੀ? ਜੇ ਕੀਤੀ ਤਾਂ ਕਿੰਨੇ ਦਿਨ ਕੀਤੀ? ਕੀ ਹਿਸਾਬ ਕਿਤਾਬ ਸੀਗਾ ਉਹਦਾ? ਅਤੇ ਕੀ ਤੁਹਾਡੀ ਸਰਬੀਆ ਦੇ ਵਿੱਚ ਵੀ ਦੁਬਾਰਾ ਕੋਵਿਡ ਟੈਸਟ ਹੋਇਆ, ਉੱਥੇ ਕੋਵਿਡ ਰਿਪੋਰਟ ਬਣੀ ਤੁਹਾਡੀ? ਸਰਬੀਆ ਦੇ ਵਿੱਚ ਜਿਹੜਾ ਮੇਰਾ ਹੋਟਲ ਸੀਗਾ ਉਹ ਮੈਂ ਇੰਡੀਆ ਤੋਂ ਬੁੱਕ ਕਰਕੇ ਗਈ ਸੀਗੀ। ਉਹ ਮੈਂ bookings.com ਤੋਂ ਸਿਲੈਕਟ ਕਰ ਲਿਆ ਸੀਗਾ ਟਿਊਲਿਪ ਇਨ ਕਰਕੇ, ਕਿਉਂਕਿ ਟਿਊਲਿਪ ਮੈਂ ਇਸ ਕਰਕੇ ਕੀਤਾ ਸੀ ਕਿਉਂਕਿ ਉਹਦੀ ਇੰਡੀਆ 'ਚ ਵੀ ਕਾਫੀ ਜਿਹੜੀਆਂ ਹੈਗੀਆਂ ਨੇ ਮਤਲਬ ਹੋਟਲਸ ਹੈਗੇ ਨੇ, ਕਾਫੀ ਅੱਛੀ ਚੇਨ ਹੈ, ਅਤੇ ਚੰਡੀਗੜ੍ਹ 'ਚ ਵੀ ਹੈਗੇ ਨੇ। ਤਾਂ ਅਸੀਂ ਉਹ ਬੁੱਕ ਕੀਤਾ। ਔਰ ਦੂਸਰਾ ਇਹ ਸੀ ਕਿ ਉਹਦੀ ਕਾਸਟ ਬਹੁਤ ਘੱਟ ਪੈ ਰਹੀ ਸੀ। 3 ਰਾਤਾਂ ਦਾ ਇੰਡੀਆ ਦਾ ਸਿਰਫ 15,000 ਪੈ ਰਿਹਾ ਸੀ, ਜਿਹਦੇ ਵਿੱਚ ਸਾਰਾ ਕੁਝ ਇਨਕਲੂਡ ਸੀਗਾ, ਮੀਲ ਵਗੈਰਾ। ਮਤਲਬ ਮੀਲ ਸਿਰਫ ਉਹਦੇ 'ਚ ਬ੍ਰੇਕਫਾਸਟ ਹੀ ਇਨਕਲੂਡ ਸੀਗਾ, ਪਰ ਬਾਕੀ ਸਾਰੀ ਚੀਜ਼ਾਂ ਵਧੀਆ ਸੀਗੀਆਂ ਕਿ ਵਾਈਫਾਈ ਵਗੈਰਾ ਸੀਗਾ, ਔਰ ਉਹਨਾਂ ਦੀ ਟੈਕਸੀ ਸੀ ਜਿਹੜੀ ਉਹਨੇ ਮੈਨੂੰ ਲੈਣ ਆਉਣਾ ਸੀਗਾ। ਬਸ ਇੰਨੀ ਪ੍ਰੋਬਲਮ ਸੀਗੀ ਉੱਥੇ ਵੀ ਲੋਕਾਂ ਨੂੰ ਇੰਗਲਿਸ਼ ਨਹੀਂ ਸੀ ਆਉਂਦੀ। ਫਿਰ ਮੈਂ ਪੁੱਛ ਲਿਆ ਸੀ ਵੀ ਉਹ ਜਿਹੜਾ ਟੈਕਸੀ ਵਾਲਾ ਮੈਨੂੰ ਲੈਣ ਆਊਗਾ ਵੀ ਉਹ ਮੈਂ ਕਿੱਦਾਂ ਪਹਿਚਾਣੂਗੀ। ਤਾਂ ਉਹਨਾਂ ਨੇ ਕਿਹਾ ਸੀ ਕਿ ਉਹ ਤੁਹਾਡੇ ਨੇਮ ਪਲੇਟ ਲੈ ਕੇ ਖੜਾ ਹੋਊਗਾ ਏਅਰਪੋਰਟ 'ਤੇ, ਕਿ ਬਸ ਤੁਸੀਂ ਉਹਦੇ ਨਾਲ ਆ ਜਿਓ। ਅਤੇ ਬਸ ਜਿੱਦਾਂ ਹੀ ਮੈਂ ਏਅਰਪੋਰਟ 'ਤੇ ਪਹੁੰਚੀ, ਇਮੀਗ੍ਰੇਸ਼ਨ ਵਾਲਿਆਂ ਨੇ ਸਿਰਫ ਮੇਰੇ ਤੋਂ ਇੱਕੋ ਹੀ ਗੱਲ ਪੁੱਛੀ, ਸਰਬੀਆ ਇਮੀਗ੍ਰੇਸ਼ਨ ਨੇ, ਕਿ ਤੁਹਾਡਾ ਇੱਥੇ ਆਉਣ ਦਾ ਪਰਪਸ ਕੀ ਆ। ਅਤੇ ਫਿਰ ਮੈਂ ਉਹਨਾਂ ਨੂੰ ਦੱਸਤਾ ਕਿ ਮੈਂ ਅੱਗੇ ਕੈਨੇਡਾ ਜਾਣਾ ਹੈ। ਉਹਨਾਂ ਨੇ ਬਸ ਮੇਰਾ ਸਟੂਡੈਂਟ ਵੀਜ਼ਾ ਦੇਖਿਆ ਅਤੇ ਕੋਵਿਡ ਟੈਸਟ ਦੇਖੀ ਵੀ 48 ਆਵਰਸ ਕੰਪਲੀਟ ਨੇ। ਤਾਂ ਉਹ ਤੋਂ ਬਾਅਦ ਉਹਨਾਂ ਨੇ ਮੈਨੂੰ ਐਂਟਰੀ ਦੇ ਦਿੱਤੀ। ਬਸ ਉਸ ਤੋਂ ਬਾਅਦ ਮੈਂ ਸਿੱਧਾ ਆਪਣੇ ਟੈਕਸੀ ਡਰਾਈਵਰ ਕੋਲ ਗਈ ਤਾਂ ਉਹਨੇ ਮੈਨੂੰ ਹੋਟਲ ਛੱਡਤਾ। ਹੋਟਲ ਦੇ ਵਿੱਚ ਵਧੀਆ ਰਹੀ ਸਾਰਾ ਕੁਝ। ਮੈਂ 3 ਰਾਤਾਂ ਦਾ ਬੁੱਕ ਕਰਵਾਇਆ ਸੀ, ਪਰ ਉੱਥੇ ਜਾ ਕੇ ਮੈਨੂੰ ਇੱਕ ਗੱਲ ਪਤਾ ਲੱਗੀ ਵੀ 3 ਰਾਤਾਂ ਦੀ ਕਰਵਾਉਣ ਦੀ ਲੋੜ ਨਹੀਂ ਸੀ। ਸਰਬੀਆ ਦੇ ਵਿੱਚ ਜਿਹੜਾ ਟੈਸਟ ਕਰਵਾਉਣਾ ਹੁੰਦਾ ਕੋਵਿਡ ਟੈਸਟ, ਉਹ ਬਹੁਤ ਈਜ਼ੀ ਆ। ਪਹਿਲਾਂ ਤਾਂ ਇਹ ਸੀਗਾ ਕਿ ਵੀ ਸਿਟੀ ਦੇ ਅੰਦਰ ਵੀ ਇਹਨਾਂ ਦੇ 2 ਗਵਰਨਮੈਂਟ ਸੈਂਟਰ ਸੀਗੇ ਜਿੱਥੇ ਕੋਵਿਡ ਟੈਸਟ ਹੁੰਦੇ ਸੀ, ਅਤੇ ਜ਼ਿਆਦਾਤਰ ਸਟੂਡੈਂਟਸ ਉੱਥੋਂ ਕਰਵਾਉਂਦੇ ਸੀ। ਪਰ ਜਦੋਂ ਮੈਂ ਗਈ ਸੀ ਉਹ ਵੀਕਐਂਡ 'ਤੇ ਸੀਗਾ, ਵੀਕਐਂਡ 'ਤੇ ਉਹ ਸਾਰੇ ਬੰਦ ਰਹਿੰਦੇ ਨੇ। ਫਿਰ ਮੈਨੂੰ ਉਹਨਾਂ ਨੇ, ਮੇਰੇ ਹੋਟਲ ਵਾਲਿਆਂ ਨੇ ਕਿਹਾ ਵੀ ਤੁਸੀਂ ਨਾ ਆਪਣੀ ਜਿਹੜੀ ਫਲਾਈਟ ਆ ਰੀਸਕੈਡਿਊਲ ਕਰਵਾ ਲਓ ਕਿ ਮੰਡੇ ਤੁਸੀਂ ਟੈਸਟ ਕਰਵਾ ਲਿਓ ਅਤੇ ਟਿਊਜ਼ਡੇ ਚਲੇ ਜਿਓ। ਮੈਂ ਕਿਹਾ ਵੀ ਸੌਰੀ, ਇੱਦਾਂ ਨਹੀਂ ਮੈਂ ਕਰ ਸਕਦੀ ਹੈਗੀ।
ਤਾਂ ਮੇਰੇ ਹਸਬੈਂਡ ਨੇ ਹੋਰ ਥੋੜੀ ਰਿਸਰਚ ਕੀਤੀ, ਪਤਾ ਕੀਤਾ, ਤਾਂ ਉਹਨਾਂ ਨੇ ਮੈਨੂੰ ਨਾ ਇੱਕ 에ਅਰਪੋਰਟ ਤੋਂ ਦੇ ਬੈਲਗ੍ਰੇਡ 에ਅਰਪੋਰਟ ਦਾ ਨੰਬਰ ਦਿੱਤਾ ਤੇ ਉਹਨਾਂ ਨੂੰ ਕਿਹਾ ਕਿ ਆਪਣੇ ਹੋਟਲ ਵਾਲਿਆਂ ਨੂੰ ਕਿਹਾ ਕਿ ਆਪਣੀ ਲੈਂਗੁਏਜ 'ਚ ਉਹਨਾਂ ਨਾਲ ਗੱਲ ਕਰ ਲੈਣ ਤੇ ਆਪਾਂ ਨੂੰ ਗੱਲ ਕਰਕੇ ਦੱਸਣ ਵੀ ਉੱਥੇ ਟੈਸਟ ਹੁੰਦਾ ਜਾਂ ਕਿੱਦਾਂ ਹੈ। ਫਿਰ ਮੈਂ ਉਹਨਾਂ ਨੂੰ ਦਿੱਤਾ, ਉਹ ਕਾਫੀ ਹੈਲਪਫੁਲ ਸੀਗੇ। ਤਾਂ ਉਹਨਾਂ ਨੇ ਗੱਲ ਕੀਤੀ, ਆਪਣੀ ਲੈਂਗੁਏਜ ਸਾਰਾ ਕੁਝ ਸਮਝਿਆ। ਫਿਰ ਬਾਅਦ 'ਚ ਉਹਨਾਂ ਨੇ ਮੈਨੂੰ ਇੰਗਲਿਸ਼ 'ਚ ਦੱਸਤਾ ਸੀਗਾ ਵੀ ਹਾਂਜੀ ਉੱਥੇ 24 ਘੰਟੇ ਜਿਹੜਾ ਹੈਗਾ ਟੈਸਟ ਹੁੰਦਾ ਹੈ ਬੈਲਗ੍ਰੇਡ 에ਅਰਪੋਰਟ ਦੇ ਉੱਪਰ ਟਰਮੀਨਲ 1 ਤੇ। ਤੁਸੀਂ ਜਾਓ ਉੱਥੇ ਟੈਸਟ ਕਰਾਓ ਤੇ 2 ਘੰਟੇ ਦੇ ਵਿੱਚ ਜਿਹੜੀ ਤੁਹਾਡੀ ਰਿਪੋਰਟ ਆ ਉਹ ਮਿਲ ਜਾਂਦੀ ਆ। ਤਾਂ ਮੈਨੂੰ ਐਵੇਂ ਸੀ ਮੈਂ ਰਿਸਕ ਨਹੀਂ ਲੈ ਜਾਣਾ, ਮੈਂ ਉਦੋਂ ਹੀ ਚਲੀ ਗਈ। ਨਾਲ ਦੀ ਨਾਲ ਮੈਂ 에ਅਰਪੋਰਟ ਤੇ ਚਲੇ ਗਈ ਕਿਉਂਕਿ ਮੇਰਾ 에ਅਰਪੋਰਟ ਤੋਂ ਜਿਹੜਾ ਹੋਟਲ ਦਾ ਡਿਸਟੈਂਸ ਸੀ ਉਹ ਸਿਰਫ 14 ਕਿਲੋਮੀਟਰ ਸੀ। ਮੈਂ 10 ਮਿੰਟ ਦੇ ਵਿੱਚ ਪਹੁੰਚ ਗਈ। ਤਾਂ ਉਦੋਂ ਵੀ ਜਿਹੜੀ ਮੇਰੀ ਟੈਕਸੀ ਸੀ ਉਹਨਾਂ ਨੇ ਬੁੱਕ ਕਰਵਾ ਕੇ ਦੇਤੀ ਸੀ, ਮੈਂ ਸਿਰਫ 10 ਯੂਰੋ ਦੇਣੇ ਸੀਗੇ। ਤੇ ਮੈਂ ਉੱਥੇ ਪਹੁੰਚੀ ਤੇ ਉੱਥੇ ਪਹੁੰਚ ਕੇ ਮੈਨੂੰ ਪਤਾ ਲੱਗ ਗਿਆ ਵੀ ਉੱਥੇ ਇੱਕ ਪੋਸਟ ਆਫਿਸ ਸੀ, ਉੱਥੇ ਪੇ ਕਰਨਾ ਸੀਗਾ। ਤੇ ਪੇ ਮੈਂ ਕੀਤੇ ਸੀ ਟੋਟਲ 9000 RSD। ਮੈਂ ਸਰਬੀਅਨ ਜਿਹੜੇ ਦਿਨਾਰ ਸੀਗੇ ਉਹ ਪੇ ਕਰਤੇ ਸੀਗੇ 9000। ਪੇ ਕਰਨ ਤੋਂ ਬਾਅਦ ਮੈਨੂੰ ਸਲਿੱਪ ਮਿਲੀ ਤੇ ਸਲਿੱਪ ਲੈ ਕੇ ਬਸ ਮੈਂ ਕੋਵਿਡ ਟੈਸਟ ਕਰਵਾ ਲਿਆ। ਤੇ ਉਹਨਾਂ ਨੇ ਮੈਨੂੰ ਕਿਹਾ ਵੀ 60 ਮਿੰਟ ਤੋਂ ਲੈ ਕੇ 120 ਮਿੰਟ ਦੇ ਵਿੱਚ ਜਿਹੜਾ ਤੁਹਾਡਾ ਟੈਸਟ ਆ ਉਹ ਹੋ ਜਾਊਗਾ, ਰਿਜ਼ਲਟ ਆ ਜਾਊਗਾ। ਤੇ ਫਿਰ ਮੇਰਾ ਜਿਹੜਾ ਰਿਜ਼ਲਟ ਸੀਗਾ ਉਹ 60 ਮਿੰਟ ਦੇ ਵਿੱਚ ਹੀ ਆ ਗਿਆ ਸੀ, ਮਤਲਬ 1 ਘੰਟੇ ਦੇ ਵਿੱਚ ਜਿਹੜਾ ਮੇਰਾ ਰਿਜ਼ਲਟ ਆ ਗਿਆ ਸੀ। ਮੈਂ ਉੱਥੇ 에ਅਰਪੋਰਟ 'ਤੇ ਵੇਟ ਕਰ ਲਈ ਸੀ ਤਾਂ ਕਿ ਜਿਹੜੀ ਮੇਰੀ ਆਪਣੀ ਰਿਪੋਰਟ ਆ ਉਹ ਮੈਂ ਲੈ ਕੇ ਜਾਊਂਗੀ। ਵੈਸੇ ਤਾਂ ਮੈਨੂੰ ਈਮੇਲ ਵੀ ਆ ਗਈ ਸੀ, ਪਰ ਮੈਨੂੰ ਇਦਾਂ ਸੀਗਾ ਕਿ ਚਲੋ ਮੈਂ ਜਿਹੜੀ ਆਪਣੀ ਰਿਪੋਰਟ ਆ ਉਹ ਕਲੈਕਟ ਕਰਕੇ ਹੀ ਲੈ ਕੇ ਜਾਵਾਂ। ਮੈਨੂੰ ਇਦਾਂ ਲੱਗਦਾ ਕਿ ਵੀ ਹੁਣ ਕਿ ਬੈਲਗ੍ਰੇਡ ਦੇ ਵਿੱਚ ਮਤਲਬ ਸਰਬੀਆ ਦੇ ਵਿੱਚ ਰਹਿਣ ਦਾ ਕੋਈ ਫਾਇਦਾ ਹੈ ਨਹੀਂਗਾ 3 ਦਿਨ, ਕਿ ਮਨੀ ਵੇਸਟ ਆ ਤੇ ਟਾਈਮ ਵੇਸਟ ਆ। ਕਿ ਅਗਰ ਤੁਸੀਂ ਸਰਬੀਆ ਪਹੁੰਚ ਜਾਂਦੇ ਹੋ ਤਾਂ ਉੱਥੋਂ ਬਾਅਦ ਤੁਸੀਂ ਉਹਦੇ ਵਿੱਚ ਤੋਂ ਲੈ ਕੇ ਟੋਰਾਂਟੋ ਦੀ ਫਲਾਈਟ ਦੇ ਵਿੱਚ ਦਾ ਜਿਹੜਾ ਬਫਰ ਟਾਈਮ ਆ ਤੁਸੀਂ ਅਗਰ 5 ਤੋਂ 7 ਘੰਟੇ ਰੱਖ ਲੈਂਦੇ ਹੋ ਤਾਂ ਉਹ ਸਫੀਸ਼ੀਐਂਟ ਆ। ਤੁਸੀਂ ਜਿੱਦਾਂ ਹੀ ਇੱਥੇ ਪਹੁੰਚਦੇ ਹੋ, ਲੈਂਡ ਕਰਦੇ ਹੋ ਸਰਬੀਆ ਦੇ ਵਿੱਚ, ਉੱਥੇ ਹੀ ਤੁਸੀਂ ਟੈਸਟ ਕਰਵਾ ਲਓ ਤੇ ਉੱਥੇ ਹੀ ਵੇਟ ਕਰਕੇ 2 ਘੰਟੇ ਦੀ ਤੁਹਾਡੀ ਜਿਹੜੀ ਰਿਪੋਰਟ ਆ ਉਹ ਆ ਜਾਂਦੀ ਹੈ ਤੇ ਤੁਸੀਂ ਉੱਥੇ ਹੀ ਰੈਸਟ ਕਰ ਸਕਦੇ ਹੋ ਤੇ ਤੁਸੀਂ ਉੱਥੋਂ ਹੀ ਅੱਗੇ ਹੈ ਨਾ ਟੋਰਾਂਟੋ ਲਈ ਜਾ ਸਕਦੇ ਹੋ। ਤਾਂ ਜ਼ਿਆਦਾ ਤੋਂ ਜ਼ਿਆਦਾ ਤੁਹਾਨੂੰ ਰਿਸਕ ਲੱਗਦਾ ਤੁਸੀਂ ਇੱਕ ਦਿਨ ਰੱਖ ਸਕਦੇ ਹੋ, 1 ਰਾਤ ਸਰਬੀਆ ਦੇ ਵਿੱਚ, ਪਰ 3 ਰਾਤਾਂ ਜਾਂ 2 ਰਾਤਾਂ ਬਹੁਤ ਜ਼ਿਆਦਾ ਨੇ, ਉਹਨਾਂ ਦੀ ਲੋੜ ਨਹੀਂ ਹੈਗੀ ਇੰਨਾ ਟਾਈਮ ਉੱਥੇ ਰਹਿਣ ਦੀ। ਹੁਣ ਤੁਸੀਂ ਮੈਨੂੰ ਇਹ ਦੱਸੋ ਵੀ ਟੋਰਾਂਟੋ ਤੱਕ ਪਹੁੰਚਣ ਲਈ ਤੁਹਾਨੂੰ ਕਿਹੜੀ ਜਗ੍ਹਾ ਤੇ ਰੁਕਣਾ ਪਿਆ, ਕਿੱਥੇ ਤੁਹਾਡੀ ਸਟੇ ਸੀਗੀ, ਜਿਵੇਂ ਆਪਾਂ ਨੂੰ 에ਅਰਪੋਰਟ ਤੇ ਰੁਕਣਾ ਪੈਣਾ, ਉਹਦੇ ਬਾਰੇ ਥੋੜਾ ਜਿਹਾ ਐਕਸਪਲੇਨ ਕਰੋ। ਸਟੇ ਵੀਰੇ ਮੇਰੀ ਸਿਰਫ ਔਰ ਸਿਰਫ ਇੱਕੋ ਕੰਟਰੀ 'ਚ ਹੋਈ ਆ, ਉਹ ਜਿਹੜੀ ਹੈਗੀ ਸੀ ਸਰਬੀਆ ਦੇ ਵਿੱਚ ਹੀ ਹੋਈ ਹੈ, ਜਿੱਥੇ ਮੈਂ ਸਿਰਫ ਤੁਹਾਨੂੰ ਦੱਸਿਆ ਵੀ 3 ਰਾਤਾਂ ਰਹੀ ਸੀ। ਉਸ ਤੋਂ ਬਿਨਾਂ ਸਟੇ ਮੇਰੀ ਕਿਤੇ ਨਹੀਂ ਸੀ। ਬਸ ਸਟਾਪੇਜ ਜ਼ਰੂਰ ਸੀਗੇ, ਲੇਓਵਰ ਸੀਗਾ ਕਈ ਕੰਟਰੀਆਂ ਦੇ ਵਿੱਚ ਜਿੱਦਾਂ ਮੈਂ ਤੁਹਾਨੂੰ ਦੱਸਿਆ। ਅਦਰਵਾਈਜ਼ ਜਿਹੜੀ ਮਤਲਬ ਰਹਿਣ ਵਾਲਾ ਸਿਸਟਮ ਸੀਗਾ ਹੋਟਲ ਬੁੱਕ ਕਰਨ ਦਾ ਉਹ ਸਿਰਫ ਔਰ ਸਿਰਫ ਸਰਬੀਆ ਦੇ ਵਿੱਚ ਹੀ ਸੀ। ਉਸ ਤੋਂ ਬਾਅਦ ਡਾਇਰੈਕਟ ਬਸ ਮੈਂ ਟੋਰਾਂਟੋ ਆ ਗਈ ਸੀ। ਹੁਣ ਤੁਸੀਂ ਮੈਨੂੰ ਸਰਬੀਆ ਤੋਂ ਟੋਰਾਂਟੋ ਤੱਕ ਦਾ ਸਫ਼ਰ ਦੱਸੋ ਤੇ ਇਹ ਦੱਸੋ ਵੀ ਟੋਰਾਂਟੋ ਜਦੋਂ ਤੁਸੀਂ ਉਤਰੇ ਤਾਂ ਤੁਹਾਤੋਂ ਉੱਥੇ ਇਮੀਗ੍ਰੇਸ਼ਨ ਆਫਿਸਰ ਨੇ ਕੀ ਕੁਐਸਚਨ ਪੁੱਛੇ? 21 ਜੂਨ ਨੂੰ ਸਵੇਰੇ ਮੈਂ 6 ਵਜੇ 에ਅਰਪੋਰਟ ਲਈ ਚੱਲ ਪਈ ਸੀਗੀ ਕਿਉਂਕਿ ਮੇਰੀ ਜਿਹੜੀ ਟੋਰਾਂਟੋ ਵਾਲੀ ਫਲਾਈਟ ਸੀਗੀ ਉਹ 9 ਵਜੇ ਸੀ। ਤੇ ਜਿੱਦਾਂ ਹੀ ਮੈਂ ਉੱਥੇ ਪਹੁੰਚੀ, ਉੱਥੇ ਪਹੁੰਚਣ ਵੇਲੇ ਸਭ ਤੋਂ ਪਹਿਲਾਂ ਜਿਹੜੀ ਉਹਨਾਂ ਦੇ ਆਫਿਸਰ ਸੀਗੇ ਨਾ ਉੱਥੋਂ ਦੇ ਇਮੀਗ੍ਰੇਸ਼ਨ ਵਾਲੇ, ਉਹਨਾਂ ਨੇ ਸਿਰਫ ਮੈਨੂੰ ਇੰਨਾ ਪੁੱਛਿਆ ਸੀਗਾ ਕਿ ਤੁਸੀਂ ਫਾਈਨਲ ਅੱਗੇ ਕਿੱਥੇ ਜਾਣਾ। ਮੈਂ ਉਹਨਾਂ ਨੂੰ ਕਿਹਾ ਸੀਗਾ ਕਿ ਮੈਂ ਟੋਰਾਂਟੋ ਜਾਣਾ ਹੈ। ਤੇ ਉਹਨਾਂ ਨੇ ਮੇਰੀਆਂ 1-2 ਲੈਟਰਸ ਦੇਖੇ, ਉਹ ਸੀਗੇ ਵੀ ਜਿਹੜੇ ਮੇਰੇ ਕਾਲਜ ਦਾ ਆਫਰ ਲੈਟਰ ਸੀਗਾ ਉਹ ਦੇਖਿਆ। ਉਹਨਾਂ ਨੇ ਪੁੱਛਿਆ ਕਿ ਤੁਹਾਡੇ ਕੋਰਸ ਕਦੋਂ ਸ਼ੁਰੂ ਹੋਇਆ, ਉਹ ਮੈਂ ਦੱਸਤਾ ਸੀ ਕਿ ਮੇਰਾ ਮਈ ਇਨਟੇਕ ਆ, 10 ਮਈ ਤੋਂ ਮੇਰੇ ਕਲਾਸਿਸ ਸ਼ੁਰੂ ਹੋ ਗਈਆਂ ਸੀ। ਦੈਨ ਉਸ ਤੋਂ ਬਿਨਾਂ ਉਹਨਾਂ ਨੇ ਮੈਨੂੰ ਪੁੱਛਿਆ ਕਿ ਇਨਰੋਲਮੈਂਟ ਲੈਟਰ ਹੈਗਾ ਹੈ ਤੁਹਾਡੇ ਕੋਲ, ਮੈਂ ਉਹ ਦਿਖਾਤਾ ਸੀ। ਤੇ ਬਸ ਆਹੀ 2-3 ਚੀਜ਼ਾਂ ਦੇਖ ਕੇ ਤੇ ਉਹਨਾਂ ਨੇ ਮੈਨੂੰ ਬੋਰਡਿੰਗ ਪਾਸ ਸੀਗੇ ਜਿਹੜੇ ਦੋਨੋਂ ਹੀ ਉੱਥੋਂ ਹੀ ਦੇਤੇ ਸੀਗੇ, ਇਸਤਾਨਬੁਲ ਦਾ ਵੀ ਜਿੱਥੇ ਮੇਰੀ ਸਟੇ ਸੀਗੀ 3 ਘੰਟੇ ਦੀ, ਤੇ ਉਹ ਤੋਂ ਅੱਗੇ ਟੋਰਾਂਟੋ ਦਾ। ਤਾਂ ਦੋਨੋਂ ਜਿਹੜੇ ਮੇਰੇ ਬੋਰਡਿੰਗ ਪਾਸ ਸੀ ਮੈਨੂੰ ਸਰਬੀਆ ਦੇ 에ਅਰਪੋਰਟ ਤੋਂ ਹੀ ਮਿਲ ਗਏ ਸੀ। ਟੋਰਾਂਟੋ ਲੈਂਡ ਕਰਨ ਤੋਂ ਬਾਅਦ ਸਭ ਤੋਂ ਪਹਿਲਾਂ ਜਿੱਦਾਂ ਹੀ ਮਤਲਬ ਪਲੇਨ ਵਾਲੇ ਕੋਰੀਡੋਰ 'ਚੋਂ ਬਾਹਰ ਆਉਂਦੇ ਆ, 에ਅਰਪੋਰਟ 'ਤੇ ਆਈ ਤਾਂ ਉੱਥੇ ਇੱਕ ਗੇਟ 'ਤੇ ਆਫਿਸਰ ਸੀ। ਉਹਨਾਂ ਨੇ ਜਸਟ ਇੰਨਾ ਪੁੱਛਿਆ ਕਿ ਤੁਹਾਡਾ ਪਰਪਸ ਕੀ ਆ ਇੱਥੇ ਆਉਣ ਦਾ। ਮੈਂ ਉਹਨਾਂ ਨੂੰ ਦੱਸਦਾ ਸੀ ਕਿ ਵੀ ਮੈਂ ਸਟੂਡੈਂਟ ਹਾਂ, ਵੀ ਮੇਰੇ ਕੋਲ ਸਟੂਡੈਂਟ ਵੀਜ਼ਾ ਹੈਗਾ। ਉਹਨਾਂ ਨੇ ਜਸਟ ਮੇਰੇ ਤੋਂ ਇੱਕ ਪੁੱਛਿਆ ਕਿ ਤੁਹਾਡਾ ਕਾਲਜ ਕਿਹੜਾ ਹੈ ਤੇ ਤੁਹਾਡਾ ਕੈਂਪਸ ਕਿੱਥੇ ਆ, ਬਸ ਇੰਨਾ ਪੁੱਛਿਆ। ਤੇ ਮੈਂ ਉਹਨਾਂ ਨੂੰ ਦੱਸਤਾ ਕਿ ਮੇਰਾ ਕਾਲਜ ਕੈਨਾਡਾ ਹੈ ਤੇ ਕੈਂਪਸ ਉਹਦਾ ਬਰੈਂਪਟਨ 'ਚ ਆ। ਬਸ ਇੰਨਾ ਪੁੱਛ ਕੇ ਤੇ ਉਹਨਾਂ ਨੇ ਮੈਨੂੰ ਅੱਗੇ ਭੇਜਤਾ। ਅੱਗੇ ਜਾ ਕੇ ਇੱਕ ਰੂਮ ਆਇਆ, ਉੱਥੇ ਉਹਨਾਂ ਨੇ ਸਿਰਫ ਮੇਰਾ ਕੋਵਿਡ ਟੈਸਟ ਦੇਖਿਆ ਜਿਹੜਾ ਮੈਂ ਸਰਬੀਆ ਤੋਂ ਕਰਾਇਆ ਹੋਇਆ ਸੀਗਾ ਕਿ ਉਹ ਵੈਲਿਡ ਹੈਗਾ ਕਿ ਨਹੀਂ। ਬਸ ਉਹ ਦੇਖ ਕੇ ਅੱਗੇ ਉਹਨਾਂ ਨੇ ਫਿਰ ਮੈਨੂੰ ਇਮੀਗ੍ਰੇਸ਼ਨ ਵਾਲੀ ਲਾਈਨ 'ਚ ਲਾਤਾ। ਜਿੱਥੇ ਮੇਰੀ ਵਾਰੀ ਆਈ ਇਮੀਗ੍ਰੇਸ਼ਨਸ 'ਤੇ, ਮਤਲਬ ਉਹ ਬਲਾਕ ਨੰਬਰ 8 ਸੀਗਾ। ਉਹ ਆਫਿਸਰ ਬਹੁਤ ਕੂਲ ਸੀ, ਮਤਲਬ ਜਿੱਦਾਂ ਹੀ ਮੇਰੀ ਵਾਰੀ ਆਈ ਉਹਨਾਂ ਨੇ ਮੈਨੂੰ ਸਿਰਫ 4 ਚੀਜ਼ਾਂ ਪੁੱਛੀਆਂ ਕਿ ਆਪਣਾ ਪਾਸਪੋਰਟ ਦੇ ਦਿਓ, ਆਪਣਾ LOA ਲੈਟਰ ਦੇ ਦਿਓ, ਆਪਣਾ ਕੋਵਿਡ ਟੈਸਟ ਦੇ ਦਿਓ ਤੇ GIC ਜਿਹੜੀ ਤੁਸੀਂ ਪੇ ਕੀਤੀ ਹੈ ਤੇ ਪਲੱਸ ਜਿਹੜੀ ਤੁਸੀਂ ਫੀਸ ਪੇ ਕੀਤੀ ਆ। ਬਸ
ਆ ਡਾਕੂਮੈਂਟ ਮੈਂ ਉਹਨਾਂ ਨੂੰ ਐਵੇਂ ਦੇਤੇ ਕੱਢ ਕੇ, ਤਾਂ ਉਹਨਾਂ ਨੇ ਪਤਾ ਨਹੀਂ ਆਪਣੇ ਹਿਸਾਬ ਨਾਲ ਕਿਵੇਂ ਸਾਰਾ ਕੁਝ ਚੈੱਕ ਕੀਤਾ। ਚੈੱਕ ਕਰਦੇ ਕਰਦੇ ਇੱਕਦਮ ਖੜੇ ਹੋਏ ਚੇਅਰ ਤੋਂ ਤੇ ਚਲੇ ਗਏ, ਤੇ ਮੈਂ ਥੋੜਾ ਹੈਰਾਨ ਹੋ ਗਈ ਵੀ ਕੁਝ ਕਹਿ ਵੀ ਕੀ ਹੋਇਆ ਹੈ ਕੀ ਨਹੀਂ, ਵੀ ਕੋਈ ਪ੍ਰੋਬਲਮ ਆ ਗਈ ਹੈ ਜਾਂ ਵੀ ਮੈਨੂੰ ਕੁਝ ਕਹਿ ਵੀ ਨਹੀਂ ਰਹੇ ਹੈਗੇ। ਬਟ ਬਾਅਦ 'ਚ ਪਤਾ ਲੱਗ ਗਿਆ ਵੀ ਉਹ ਉੱਠ ਕੇ ਬਸ ਨਾ ਸਟੱਡੀ ਪਰਮਿਟ ਜਿਹੜਾ ਹੈਗਾ ਸੀ ਮੇਰਾ, ਉਹ ਪ੍ਰਿੰਟ ਆਊਟ ਲੈਣ ਗਏ ਸੀਗੇ। ਤੇ ਬਸ ਉਹ ਆਏ ਤੇ ਉਹਨਾਂ ਨੇ ਮੈਨੂੰ ਦਿੱਤਾ ਤੇ ਉਹਨਾਂ ਨੇ ਕਿਹਾ ਕਿ ਯੂ ਕੈਨ ਗੋ ਨਾਓ। ਮੈਂ ਖੁਦ ਹੈਰਾਨ ਸੀਗੀ ਵੀ ਮੇਰੇ ਤੋਂ ਹੋਰ ਕੁਝ ਵੀ ਨਹੀਂ ਪੁੱਛਿਆ ਉਹਨਾਂ ਨੇ, ਕਿਉਂਕਿ ਮੈਂ ਬਹੁਤ ਜ਼ਿਆਦਾ ਡਰੀ ਹੋਈ ਸੀ ਵੀ ਪਤਾ ਨਹੀਂ ਕੀ ਪੁੱਛਣਗੇ, ਕਿ ਕਾਫੀ ਬੱਚਿਆਂ ਦੇ ਮਨ 'ਚ ਇਹ ਹੈਗਾ ਸੀਗਾ ਡਰ ਵੀ ਪਤਾ ਨਹੀਂ ਕੀ ਪੁੱਛ ਲੈਣਗੇ ਜਾਂ ਮਤਲਬ ਉਹ ਤੋਂ ਵਾਪਸ ਨਾ ਭੇਜ ਦੇਣ ਕਿਸੇ ਵੀ ਡਾਕੂਮੈਂਟ ਕਰਕੇ। ਬਸ ਮੇਰੇ ਤੋਂ ਕੁਝ ਵੀ ਨਹੀਂ ਪੁੱਛਿਆ ਉਹਨਾਂ ਨੇ, ਸਿਰਫ ਆਹੀ ਚੀਜ਼ਾਂ ਦੇ ਪ੍ਰੂਫ ਮੰਗੇ ਮੇਰੇ ਕੋਲ ਤੇ ਮੈਂ ਉਹ ਦਿੱਤੇ ਤੇ ਉਹਨਾਂ ਨੇ ਮੈਨੂੰ ਸਟੱਡੀ ਪਰਮਿਟ ਦਿੱਤਾ ਤੇ ਮੈਂ ਉੱਥੋਂ ਬਾਹਰ ਆ ਗਈ। ਓਕੇ ਜੀ, ਤੁਹਾਨੂੰ ਸਟੱਡੀ ਪਰਮਿਟ ਮਿਲ ਗਿਆ। ਸਟੱਡੀ ਪਰਮਿਟ ਮਿਲਣ ਤੋਂ ਬਾਅਦ ਕੀ ਹੋਇਆ? ਤੁਸੀਂ ਜਿਹੜਾ ਆਪਣਾ ਹੋਟਲ ਸੀਗਾ ਕੈਨੇਡਾ ਵਾਲਾ, ਉਹਦੇ ਵਿੱਚ ਕਿਵੇਂ ਪਹੁੰਚੇ ਤੇ ਤੁਹਾਡਾ ਕੈਨੇਡਾ ਦੇ ਵਿੱਚ ਉਤਰ ਕੇ ਤੁਹਾਡਾ ਕੋਈ ਕੋਵਿਡ ਟੈਸਟ ਹੋਇਆ? ਉਹਦੇ ਬਾਰੇ ਮਾੜਾ ਜਿਹਾ ਦੱਸੋ। ਇਮੀਗ੍ਰੇਸ਼ਨ ਡਨ ਕਰਨ ਤੋਂ ਬਾਅਦ, ਸਟੱਡੀ ਪਰਮਿਟ ਲੈਣ ਤੋਂ ਬਾਅਦ ਮੈਂ ਬਾਹਰ ਆਈ ਤੇ ਉੱਥੇ ਜਿਹੜਾ ਆਪਣਾ ਕੋਵਿਡ ਟੈਸਟ ਸੀਗਾ ਉਹਦੀ ਲਾਈਨ ਲੱਗੀ ਹੋਈ ਸੀ, ਉਹ ਬਹੁਤ ਜ਼ਿਆਦਾ ਵੱਡੀ ਸੀ। ਉੱਥੇ ਮੈਨੂੰ ਆਲਮੋਸਟ 1.5 ਘੰਟਾ ਲੱਗ ਗਿਆ ਕੋਵਿਡ ਟੈਸਟ ਕਰਵਾਉਂਦੀ ਨੂੰ। ਟੈਸਟ ਕਰਵਾਉਣ ਤੋਂ ਬਾਅਦ ਸਿੱਧਾ ਉਹਨਾਂ ਨੇ ਸਾਨੂੰ ਸਭ ਨੂੰ ਪੁੱਛਿਆ ਵੀ ਕਿਹੜੇ ਹੋਟਲ 'ਚ ਤੁਹਾਡੀ ਜਿਹੜੀ ਹੈਗੀ ਸਟੇ ਆ ਉਹ ਦੱਸ ਦਿਓ। ਜਿਹੜੇ ਬੰਦਿਆਂ ਦੀ ਜਿਹੜੀ ਸਟੇ ਸੀਗੀ, ਜਿਹੜੇ ਹੋਟਲ 'ਚ ਸੀਗੀ, ਉਸ ਹਿਸਾਬ ਨਾਲ ਲਾਈਨਾਂ ਬਣਾਈ ਗਏ ਤੇ ਉਹਨਾਂ ਦੇ ਹਿਸਾਬ ਨਾਲ ਉਹ ਹੋਟਲ ਵਾਲੇ ਨੇ ਗੱਡੀਆਂ ਮਤਲਬ ਜਿਹੜੀਆਂ ਜਾਂ ਸ਼ਟਲ ਬੱਸਿਸ ਸੀਗੀਆਂ, ਮੈਨੂੰ ਇਹ ਨਹੀਂ ਪਤਾ ਵੀ ਉਹ ਹੋਟਲ ਵਾਲਿਆਂ ਦੀਆਂ ਸੀਗੀਆਂ ਜਾਂ ਏਅਰਪੋਰਟ ਵਾਲਿਆਂ ਦੀਆਂ ਆਪਣੀਆਂ ਸੀ, ਤਾਂ ਉਹਨਾਂ ਦੇ ਵਿੱਚ ਹੀ ਬਿਠਾ ਕੇ ਡਾਇਰੈਕਟ ਉੱਥੇ ਛੱਡਿਆ ਜਾਂਦਾ ਸੀਗਾ ਹਰ ਇੱਕ ਸਟੂਡੈਂਟ ਨੂੰ ਜਾਂ ਜਿੰਨੇ ਵੀ ਲੋਕ ਆ ਰਹੇ ਸੀ। ਤਾਂ ਮੈਨੂੰ ਡਾਇਰੈਕਟ ਬਸ ਏਅਰਪੋਰਟ ਤੋਂ ਲੈ ਕੇ, ਮੇਰਾ ਹੋਟਲ ਸੀ ਡਬਲ ਟਰੀ, ਮੈਨੂੰ ਉੱਥੇ ਛੱਡਤਾ ਤੇ ਫਿਰ ਕਹਿਤਾ ਸੀਗਾ ਕਿ ਤੁਸੀਂ ਬਾਹਰ ਨਹੀਂ ਜਾਣਾ 3 ਦਿਨ ਤੱਕ, ਤੇ ਜਦੋਂ ਤੱਕ ਤੁਹਾਡੀ ਰਿਪੋਰਟ ਨਹੀਂ ਆ ਜਾਂਦੀ। ਤੇ ਉਸ ਤੋਂ ਬਾਅਦ ਫਿਰ ਮੇਰੀ ਰਿਪੋਰਟ ਆ ਗਈ ਸੀ, ਨੈਗੇਟਿਵ ਆ ਗਈ ਸੀ, ਬਟ ਫਿਰ ਵੀ ਮੈਂ ਗਈ ਨਹੀਂ, ਮੈਂ 3 ਦਿਨ ਪੂਰੇ ਕੀਤੇ। ਹੁਣ ਤੁਸੀਂ ਮੈਨੂੰ ਟੋਰਾਂਟੋ ਦੇ ਹੋਟਲ ਬਾਰੇ ਦੱਸੋ ਵੀ ਉਹਦੇ ਵਿੱਚ ਫੂਡ ਇਨਕਲੂਡਡ ਸੀਗਾ, ਤੁਹਾਨੂੰ ਕਿੰਨੀ ਕਾਸਟ ਪਈ, ਕਿੰਨੀ ਅਮਾਊਂਟ ਤੁਸੀਂ ਪੇ ਕੀਤੀ, ਕਿਵੇਂ ਤੁਸੀਂ ਬੁੱਕ ਕਰਾਇਆ ਜਿਹੜਾ ਉਹ ਵਾਲਾ ਹੋਟਲ ਸੀਗਾ, ਤੇ ਕੈਨੇਡਾ ਦੇ ਵਿੱਚ ਜਾ ਕੇ ਤੁਸੀਂ ਕਿੱਦਾਂ ਕੁਆਰੰਟੀਨ ਕੀਤਾ, ਕਿੰਨੇ ਦਿਨ ਹੋਟਲ ਦੇ ਵਿੱਚ ਰਹਿਣਾ ਪੈਂਦਾ ਤੇ ਉਸ ਤੋਂ ਬਾਅਦ ਕਿਵੇਂ ਕੁਆਰੰਟੀਨ ਕਰਨਾ ਪੈਂਦਾ ਵਾ, ਉਹਨੂੰ ਕਿਵੇਂ ਰਿਪੋਰਟ ਕਰਨਾ ਪੈਂਦਾ ਵਾ। ਟੋਰਾਂਟੋ ਵਾਲਾ ਜਿਹੜਾ ਹੋਟਲ ਸੀ ਵੀਰੇ, ਉਹ ਮੈਂ ਆਲਰੇਡੀ ਪਹਿਲਾਂ ਹੀ ਜਦੋਂ ਮੈਂ 30 ਅਪ੍ਰੈਲ ਨੂੰ ਆਉਣਾ ਸੀ ਉਦੋਂ ਇਹਦੀ ਮੈਂ ਬੁਕਿੰਗ ਕਰਵਾ ਚੁੱਕੀ ਸੀਗੀ ਤੇ ਪੇਮੈਂਟ ਵਗੈਰਾ ਸੀ ਮੈਂ ਉਦੋਂ ਕਰ ਚੁੱਕੀ ਸੀ $1000। ਇਹਨਾਂ ਨੇ ਮੈਨੂੰ ਇਹ ਕਿਹਾ ਸੀਗਾ ਉਦੋਂ ਹੀ ਕਿ ਰਿਫੰਡ ਤਾਂ ਨਹੀਂ ਹੋਣਾ ਹੈਗਾ, ਬਟ ਹਾਂ ਰੀਸਕੈਡਿਊਲ ਤੁਸੀਂ ਜਿੰਨੀ ਮਰਜ਼ੀ ਵਾਰ ਕਰਵਾ ਸਕਦੇ ਹੋ। ਇਸ ਕਰਕੇ ਇਹਦੀ ਜਿਹੜੀ ਪੇਮੈਂਟ ਸੀ ਮੈਂ ਉਦੋਂ ਹੀ ਕਰਵਾ ਚੁੱਕੀ ਸੀ, ਪਹਿਲਾਂ ਹੀ ਜਦੋਂ ਆਉਣਾ ਸੀ। ਮੈਂ ਸਿਰਫ ਇਹਨਾਂ ਨੂੰ ਫ਼ੋਨ ਕਰਕੇ ਜਾਂ ਮੇਲ ਕਰਕੇ ਸਿਰਫ 2 ਵਾਰੀ ਇਹੀ ਕਨਫਰਮ ਕੀਤਾ ਸੀ ਕਿ ਜਿਹੜੀ ਮੇਰੀ ਡੇਟ ਹੈ ਵੀ ਉਹ 21 ਕਰ ਦਿਓ ਤੁਸੀਂ, ਮੈਂ 21 ਤਰੀਕ ਨੂੰ ਜਿਹੜਾ ਹੈਗਾ ਆ ਉਹ ਪਹੁੰਚੂਗੀ ਕੈਨੇਡਾ ਦੇ ਵਿੱਚ। ਤਾਂ ਇਹਨਾਂ ਨੇ ਬਸ ਉਹ 21 ਤਰੀਕ ਨੂੰ ਮੇਰਾ ਜਿਹੜਾ ਰੂਮ ਸੀ ਉਹ ਰੈਡੀ ਰੱਖਿਆ ਤੇ ਮੈਂ 3 ਦਿਨ ਉੱਥੇ ਰਹੀ। ਜਿਹੜਾ ਖਾਣਾ ਸੀ ਉਹ ਤਿੰਨੋਂ ਟਾਈਮ ਦਾ ਇਨਕਲੂਡ ਸੀਗਾ ਇਹਦੇ ਵਿੱਚ ਹੀ, ਤੇ ਖਾਣਾ ਇੰਨਾ ਜ਼ਿਆਦਾ ਆਉਂਦਾ ਸੀਗਾ ਕਿ ਮੇਰੀ ਆਪਣੀ ਇੰਨੀ ਡਾਈਟ ਹੈ ਨਹੀਂ ਸੀ। ਮੈਂ ਉਹਨਾਂ ਨੂੰ ਕਹਿ ਕੇ ਆਈ ਸੀ ਵੀ ਇੰਨਾ ਜ਼ਿਆਦਾ ਖਾਣਾ ਨਾ ਭੇਜੋ ਕਿ ਵੇਸਟ ਹੁੰਦਾ ਆ, ਤੇ ਬਟ ਉਹਨਾਂ ਨੇ ਕਿਹਾ ਕੋਈ ਨਹੀਂ, ਤੁਸੀਂ ਵੀ ਕਿ ਫ੍ਰੀਜ਼ਰ ਹੈਗਾ ਤੁਸੀਂ ਉੱਥੇ ਰੱਖ ਸਕਦੇ ਹੋ ਤੇ ਓਵਨ ਹੈਗਾ ਤੁਸੀਂ ਬਾਅਦ 'ਚ ਖਾ ਸਕਦੇ ਹੋ। ਤੇ ਉਸ ਤੋਂ 3 ਦਿਨ ਮੈਂ ਉੱਥੇ ਰਹਿਣ ਤੋਂ ਬਾਅਦ ਮੈਂ 24 ਤਰੀਕ ਨੂੰ ਸਿੱਧਾ ਆਪਣੀ ਬੇਸਮੈਂਟ 'ਚ ਆ ਗਈ ਸੀ ਜਿੱਥੇ ਮੈਂ ਹੁਣ ਰਹਿੰਦੀ ਹਾਂ, ਤੇ ਇਸ ਟਾਈਮ ਮੈਂ ਉੱਥੇ ਹੀ ਹਾਂ ਹੁਣ ਜਿੱਥੇ ਮੈਂ ਆਪਣੇ ਰੂਮ 'ਚ ਰਹਿਣਾ ਸੀ। ਤੇ ਇੱਥੇ ਹੁਣ ਮੈਨੂੰ ਰੋਜ਼ ਅਰਾਈਵ ਕਰਨ ਤੇ ਜਿਹੜੀ ਆਪਣੀ ਹੈਗੀ ਆ ਅਟੈਂਡੈਂਸ ਲਵਾਉਣੀ ਪੈਂਦੀ ਆ ਵੀ ਕਿੰਨੇ ਦਿਨ ਹੋ ਗਏ ਤੁਹਾਨੂੰ ਆਇਆ ਨੂੰ, ਤੇ ਕੋਈ ਕਫ ਜਾਂ ਕੋਈ ਫੀਵਰ ਕੋਈ ਇੱਦਾਂ ਦਾ ਸਿੰਪਟਮ ਤਾਂ ਨਹੀਂ ਹੈਗਾ। ਮੈਂ ਰੋਜ਼ ਉੱਤੇ ਆਪਣੀ ਜਿਹੜੀ ਅਟੈਂਡੈਂਸ ਆ ਉਹ ਲਾ ਦਿੰਦੀ ਹਾਂ ਤੇ ਉਹਨਾਂ ਨੂੰ ਦੱਸ ਦਿੰਦੀ ਹਾਂ ਵੀ ਹਾਂਜੀ ਕੋਈ ਫੀਵਰ ਕੋਈ ਕਫ ਨਹੀਂ ਹੈਗਾ, ਬਸ ਇੱਦਾਂ ਹੀ ਕਾਊਂਟ ਕਰੀ ਜਾ ਰਹੇ ਨੇ। ਤੇ 4 ਜੁਲਾਈ ਨੂੰ ਜਿਹੜਾ ਮੇਰਾ ਕੁਆਰੰਟਾਈਨ ਪੀਰੀਅਡ ਆ ਟੋਟਲ 14 ਦਿਨਾਂ ਦਾ, ਉਹ ਕੰਪਲੀਟ ਹੋ ਜਾਣਾ ਹੈ। ਇਸ ਤੋਂ ਬਿਨਾਂ ਮੈਂ ਕਾਫੀ ਵੀਡੀਓਜ਼ ਨੇ ਜਿਹੜੀਆਂ ਉਹ ਵੀ ਬਣਾਈਆਂ ਹੋਈਆਂ ਨੇ ਕਿ ਜਿਨ੍ਹਾਂ ਨੂੰ ਕੋਈ ਜ਼ਿਆਦਾ ਡਿਟੇਲ 'ਚ ਇਨਫੋਰਮੇਸ਼ਨ ਚਾਹੀਦੀ ਹੈ, ਜਿਹਨਾਂ ਦੇ ਕੋਈ ਟੈਕਸੀ ਡਰਾਈਵਰ ਦਾ ਨੰਬਰ ਚਾਹੀਦਾ, ਹੋਟਲ ਵਾਲਿਆਂ ਦਾ ਨੰਬਰ ਚਾਹੀਦਾ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਨੇ ਮੈਂ ਆਪ ਵੀ ਰਿਕਾਰਡ ਕੀਤੀਆਂ ਸੀ। ਜਿੰਨਾ ਰਸਤੇ ਦੇ ਵਿੱਚ ਜੋ ਚੀਜ਼ਾਂ ਆਈਆਂ ਮੈਂ ਉਹ ਰਿਕਾਰਡ ਕੀਤੀਆਂ ਸੀ, ਵੀਡੀਓ ਜਿਹੜੀਆਂ ਬਣਾਈਆਂ ਨੇ, ਤੇ ਉਹ ਵੀਡੀਓਜ਼ ਮੈਂ ਆਪਣੇ YouTube ਚੈਨਲ ਦੇ ਉੱਪਰ ਵੀ ਜਿਹੜੀਆਂ ਹੈਗੀਆਂ ਨੇ ਅਪਲੋਡ ਕੀਤੀਆਂ ਨੇ। ਤੇ ਜੇ ਕਿਸੇ ਨੂੰ ਫਿਰ ਵੀ ਕੋਈ ਡਾਊਟ ਹੈਗਾ ਆ ਤਾਂ ਉਹ ਮੇਰੀਆਂ ਉਹ ਵਾਲੀਆਂ ਵੀਡੀਓਜ਼ ਜਾ ਕੇ ਦੇਖ ਸਕਦਾ ਹੈ। ਮੇਰੇ ਚੈਨਲ ਦਾ ਨਾਮ ਹੈਗਾ ਕਮਲ ਵਲੌਗਸ, ਤੇ ਉਹਦੇ ਤੇ ਮੇਰੀਆਂ ਸਾਰੀਆਂ ਵੀਡੀਓਜ਼ ਪਈਆਂ ਹੋਈਆਂ ਨੇ। ਕਿਉਂਕਿ ਜਿਵੇਂ ਮੈਂ ਫਸੀ ਹੋਈ ਸੀ, ਮੈਨੂੰ ਸੀਗਾ ਕਿ ਮੈਂ ਇੰਡੀਆ 'ਚ ਸਟਕ ਹੋਈ ਬੈਠੀ ਹਾਂ, ਤਾਂ ਮੇਰੇ ਵਰਗੇ ਬਹੁਤ ਬੱਚੇ ਨੇ ਜਿਹੜੇ ਆਉਣਾ ਚਾਹੁੰਦੇ ਨੇ ਤੇ ਜਿਨ੍ਹਾਂ ਨੂੰ ਇਸ ਇਨਫੋਰਮੇਸ਼ਨ ਦੀ ਨੀਡ ਹੈ। ਤੇ ਅੱਜ ਤੁਹਾਡੀ ਵੀਡੀਓ ਕਰਕੇ ਬਹੁਤ ਬੱਚਿਆਂ ਨੂੰ ਜਿਹੜੀ ਹੈਲਪ ਆ। ਸੋ ਥੈਂਕ ਯੂ ਸੋ ਮਚ ਫॉर ਜੁਆਇਨਿੰਗ, ਤੇ ਤੁਸੀਂ ਇਹ ਸਾਰੇ ਕੁਐਸਚਨਾਂ ਦੇ ਆਨਸਰ ਕੀਤੇ ਤੇ ਤੁਹਾਨੂੰ ਵੀਡੀਓ ਦੇਖ ਕੇ ਪਤਾ ਲੱਗ ਗਿਆ ਹੋਣਾ ਵੀ ਕੁਐਸਚਨ ਮੈਂ ਪਹਿਲਾਂ ਰਿਕਾਰਡ ਕਰਕੇ ਭੇਜੇ ਦੇ ਆਨਸਰ ਉੱਧਰੋਂ ਬਾਅਦ 'ਚੋਂ ਆਉਣੇ ਨੇ, ਹੈ ਨਾ। ਸੋ ਇਹ ਸੀਗੀ ਜੀ ਆਪਣੀ
ਅੱਜ ਦੀ ਵੀਡੀਓ ਜੇ ਤੁਹਾਨੂੰ ਕੋਈ ਕੁਐਸਚਨ ਹੋਇਆ ਮੈਂ ਉਹਨਾਂ ਦਾ ਲਿੰਕ ਵਗੈਰਾ ਡਿਸਕ੍ਰਿਪਸ਼ਨ ਦੇ ਵਿੱਚ ਪਾ ਦਿੰਦਾ ਵਾ। ਉਹਨਾਂ ਨੇ ਐਕਸਪਲੇਨ 'ਚ ਵੀਡੀਓ ਬਣਾਈਆਂ, ਤੁਸੀਂ ਉਹਨਾਂ ਤੋਂ ਜਾਣ ਸਕਦੇ ਹੋ। ਬਾਕੀ ਜੇ ਕੋਈ ਹੋਰ ਇਨਫੋਰਮੇਸ਼ਨ ਚਾਹੀਦੀ ਹੋਗੀ ਉਹ ਵੀ ਕਮੈਂਟ ਸੈਕਸ਼ਨ ਦੇ ਵਿੱਚ ਪੁੱਛ ਲਿਓ। ਇਹ ਜਿਹੜਾ ਵੀਡੀਓ ਦੇ ਵਿੱਚ ਤੁਹਾਨੂੰ ਸੋਲੂਸ਼ਨ ਦੱਸਿਆ ਗਿਆ ਵਾ ਬਾਹਰ ਜਾਣ ਦਾ, ਇਹ ਉਹਨਾਂ ਦਾ ਪਰਸਨਲ ਉਹਨਾਂ ਨੇ ਆਪਣਾ ਕਹਿ ਲਓ ਵੀ ਐਕਸਪੀਰੀਅੰਸ ਸ਼ੇਅਰ ਕੀਤਾ ਵਾ। ਇਹਦੇ ਵਿੱਚ ਮੈਂ ਤੁਹਾਨੂੰ ਕੋਈ ਰეკਮੈਂਡ ਨਹੀਂ ਕਰਦਾ ਵੀ ਮੈਕਸੀਕੋ ਥਰੂ ਜਾਓ ਜਾਂ ਇਹ ਜਾਓ। ਇੱਕ ਇੰਟਰਨੈਸ਼ਨਲ ਸਟੂਡੈਂਟ ਸੀ ਜਿਨ੍ਹਾਂ ਨੇ ਆਪਣੀ ਮਿਹਨਤ ਕਰਕੇ ਉਹ ਆਹ ਟਾਈਮ ਦੇ ਵਿੱਚ ਉੱਥੇ ਗਏ ਤੇ ਜਾਣਾ ਔਖਾ ਵਾ ਇਸ ਟਾਈਮ ਥੋੜਾ ਜਿਹਾ, ਕਿਉਂਕਿ ਤੁਸੀਂ ਦੇਖਿਆ ਵੀ ਕਿੰਨੀਆਂ ਸਿਚੁਏਸ਼ਨਾਂ ਦੇ ਥਰੂ ਲੰਘੇ ਉਹ, ਪਰ ਉਹ ਵਧੀਆ ਸੀਗੇ। ਉਹਨਾਂ ਨੇ ਹਰ ਇੱਕ ਟਾਈਮ ਤੇ ਵਧੀਆ ਐਕਟ ਕੀਤਾ। ਤਾਂ ਉਹਨਾਂ ਦਾ ਸਾਰਾ ਐਕਸਪੀਰੀਅੰਸ ਮੈਂ ਤੁਹਾਡੇ ਨਾਲ ਸ਼ੇਅਰ ਕਰਤਾ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਤੁਹਾਡੀ ਵੀ ਹੈਲਪ ਹੋ ਸਕੇ। ਬਾਕੀ ਜੀ ਇਹ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਕਿ ਇਨਫੋਰਮੇਸ਼ਨ ਵੱਖ-ਵੱਖ ਸਟੂਡੈਂਟਸ ਤੱਕ ਪਹੁੰਚ ਸਕੇ ਜਿਹੜੇ ਮੇਬੀ ਕਿਸੇ ਕਾਰਨ ਕਰਕੇ ਬਾਹਰ ਨਹੀਂ ਜਾ ਪਾ ਰਹੇ ਪਰ ਉਹ ਜਾਣਾ ਚਾਹੁੰਦੇ, ਉਹਨਾਂ ਨੂੰ ਸੋਲੂਸ਼ਨ ਨਹੀਂ ਪਤਾ ਹੈਗਾ। ਹੋਪਫੁਲੀ ਇਟ ਹੈਲਪਸ। ਤੇ ਇਦਾਂ ਦੀ ਵੀਡੀਓ ਹੀ ਹਮੇਸ਼ਾ ਦੀ ਤਰ੍ਹਾਂ ਆਪਾਂ ਆਪਣੇ ਚੈਨਲ ਦੇ ਉੱਤੇ ਲੈ ਕੇ ਆਉਂਦੇ ਰਹਿੰਦੇ ਹਾਂ ਜੀ, ਤੇ ਆਉਂਦੀਆਂ ਰਹਿਣਗੀਆਂ। ਮਿਲਦੇ ਹਾਂ ਆਪਾਂ ਅਗਲੀ ਵੀਡੀਓ ਦੇ ਵਿੱਚ। ਤਦ ਤੱਕ ਸਾਰਿਆਂ ਨੂੰ ਲਵ ਯੂ, ਟੇਕ ਕੇਅਰ ਤੇ ਬਾਏ।